ਜਦੋਂ ਤੁਸੀਂ ਇਸ ਖੇਤੀ ਦੀ ਪਹਿਲ ਕੀਤੀ ਸੀ ਕਿ ਰਵਾਇਤੀ ਫਸਲਾਂ ਕਣਕ ਝੋਨੇ ਤੋਂ ਨਿਕਲ ਕੇ ਅਲੱਗ ਜਿਹੜੀ ਫਸਲ ਬੀਜਣੀ ਹੈ ਤਾਂ ਉਹ ਡਰੈਗਨ ਫਰੂਟਸ ਨੂੰ ਹੀ ਕਿਉਂ ਚੁਣਿਆ? ਕਣਕ ਔਰ ਝੋਨੇ ਦੀ ਕੀ ਕੰਡੀਸ਼ਨ ਹੈਗੀ ਹੈ, ਮਤਲਬ ਕਿ ਗਵਰਨਮੈਂਟ ਐਕਸੈਪਟ ਨਹੀਂ ਕਰ ਰਹੀ ਹੈਗੀ, ਜਾਂ ਤਾਂ ਤੁਹਾਨੂੰ ਖੁਦ ਮਾਰਕੀਟਿੰਗ ਕਰਨੀ ਪਏਗੀ। ਹੁਣ ਇਹ ਨਈ ਚੀਜ਼ ਹੈਗੀ, ਲੇਟੈਸਟ ਫਰੂਟ ਹੈਗਾ ਜਿਹੜਾ ਮਤਲਬ ਕਿ ਇੰਡੀਆ 'ਚ ਅੱਜ ਤੱਕ ਇੰਪੋਰਟ ਹੀ ਹੋ ਰਿਹਾ, ਤੇ ਇਹਦੀ ਜਿਹੜੀ ਆਪਾਂ ਫੁੱਲ ਫਲੈਜ ਇਨਕਮ ਹੈਗੀ ਉਹ 3 ਸਾਲ ਤੋਂ ਬਾਅਦ ਆਪਾਂ ਲੈ ਸਕਦੇ ਹਾਂ। ਜਿੱਥੇ ਕਿ ਆਪਾਂ ਕਣਕ ਝੋਨਾ ਹੈਗਾ ਉਹਨੂੰ ਕਿੰਨਾ ਕੁ ਉਹਦੇ 'ਚ ਆਪਾਂ ਇਨਕਮ ਲੈ ਸਕਦੇ ਹਾਂ, ਵੇਚਣ 'ਚ ਦਿੱਕਤ ਹੈਗੀ ਹੈ, ਉਹਨੂੰ ਸੈਲ ਕਰਨ 'ਚ ਦਿੱਕਤ ਹੈਗੀ ਹੈ। ਇਹਨੂੰ ਆਪਾਂ ਮਤਲਬ ਕਿ ਕੱਟ ਫਰੂਟ ਹੋਣ ਦੇ ਕਾਰਨ ਮੈਨੂੰ ਵੇਚਣ ਵੀ ਬਾਹਰ ਨਹੀਂ ਜਾਣਾ ਪੈਂਦਾ ਹੈਗਾ, ਮਤਲਬ ਕਿ ਲੋਕ ਖੁਦ ਲੈ ਇੱਥੋਂ ਲੈਣ ਆਉਂਦੇ ਆ ਔਰ ਮੇਰੀ ਇਨਕਮ ਵੀ ਵਧੀਆ ਹੈਗੀ ਹੈ। ਮੇਰੇ ਕੋਲ ਪਪਾਇਆ ਵੀ ਲੱਗਿਆ ਹੋਇਆ, ਮੈਂ ਪਪਾਇਆ ਕਹਿ ਲਓ ਕਿ ਮੈਂ ਬੋਨਸ ਵਿੱਚ ਇਹਦੇ 'ਚੋਂ ਲੈ ਰਿਹਾ, ਕਿਉਂਕਿ ਸੇਮ ਜ਼ਮੀਨ ਦੇ ਵਿੱਚੋਂ ਹੀ ਆਪਾਂ ਮਲਟੀ ਕ੍ਰੌਪ ਕਰਕੇ ਪਪਾਇਆ ਲੈ ਲੈਣਾ। ਪਹਿਲੀ ਵਾਰ ਆਪਣੀ ਫਸਲ ਨੂੰ ਜਦੋਂ ਵੇਚ ਕੇ ਆਏ ਹੋ ਤਾਂ ਕਿੰਨਾ ਕੁ ਮੁਨਾਫਾ ਹੋਇਆ ਕਿ ਤੁਹਾਨੂੰ ਦੇਖ ਕੇ ਵਾਕਈ ਦੂਸਰੇ ਕਿਸਾਨ ਵੀ ਪ੍ਰੇਰਨਾ ਲੈ ਸਕਣ ਕਿ ਇਹਦੇ 'ਚ ਵਾਕਈ ਮੁਨਾਫਾ ਬਹੁਤ ਹੁੰਦਾ ਹੈ? ਮੇਰੇ ਕੋਲ 250 ਪਿਲਰਸ ਨੇ, 250 ਪਿਲਰਸ ਮੀਨਸ ਕਿ 1000 ਪਲਾਂਟਸ ਮੇਰੇ ਕੋਲ ਲੱਗਿਆ ਹੋਇਆ, ਇੱਕ ਹਾਫ ਏਕੜ ਦੇ ਵਿੱਚ ਮੇਰਾ ਲੱਗਿਆ ਹੋਇਆ। ਇਸ ਵਿੱਚ 200 ਕੁਇੰਟਲ ਦੇ ਲਗਭਗ 1 ਲੱਖ ਰੁਪਏ ਦੇ ਕਰੀਬ ਮੈਂ ਲਿਆ ਹੈਗਾ। ਤੇ ਜੇ ਆਪਾਂ 1 ਏਕੜ ਦੀ ਗੱਲ ਕਰੀਏ ਤੇ ਨੈਚੁਰਲੀ 4 ਕਨਾਲ ਦੇ ਵਿੱਚ ਆਪਾਂ 1 ਲੱਖ ਹੈ ਤੇ ਉਹਦੇ 'ਚ 2 ਲੱਖ ਹੈ। ਇੱਥੇ ਕਿੰਨੇ ਸਾਰੇ ਪਿੱਲਰ ਮੌਜੂਦ ਨੇ? ਇਹ ਪਹਿਲੀ ਗੱਲ ਤਾਂ ਇਹ ਸਵਾਲ ਮਨ ਚ ਆਉਂਦਾ ਕਿ ਪਿੱਲਰ ਤੇ ਹੀ ਅਸੀਂ ਇਸ ਨੂੰ ਕਿਉਂ ਉਗਾਉਂਦੇ ਆ? ਇਹ ਆਪਣਾ ਸੈਲਫ ਵੇਟ ਮੀਨਸ ਨਹੀਂ, ਸੈਲਫ ਵੇਟ ਤੇ ਖੜਾ ਨਹੀਂ ਹੋ ਸਕਦਾ, ਠੀਕ ਹੈ। ਇਹਦੇ ਲਈ ਤੁਸੀਂ ਦੇਖ ਰਹੇ ਹੋਵੋਗੇ ਸਾਨੂੰ ਇਹਨੂੰ ਬੰਨਣਾ ਪੈਂਦਾ ਹੈਗਾ, ਸਪੋਰਟ ਹੋ ਜਾਂਦੀ ਹੈਗੀ ਹੈ। ਸਪੋਰਟ ਤੋਂ ਬਾਅਦ ਜਦੋਂ ਇਹ ਆਪਾਂ ਟੌਪ ਤੱਕ ਆ ਜਾਂਦਾ ਫਿਰ ਇਹਦੇ ਵਿੱਚ ਲੌਕ ਹੋ ਜਾਂਦਾ, ਲੌਕ ਹੋਣ ਤੋਂ ਬਾਅਦ ਇਹ ਮਤਲਬ ਕਿ ਆਪਣਾ ਸੈਲਫ ਵੇਟ ਇਹਦਾ ਸਾਡਾ ਇਹਦੇ ਉੱਪਰ ਆ ਜਾਂਦਾ, ਜਿਹਦੇ ਨਾਲ ਇਹਨੂੰ ਕੋਈ ਡਿੱਗਣ ਦਾ ਖਤਰਾ ਨਹੀਂ ਰਹਿੰਦਾ ਹੈਗਾ। ਇੱਕ ਪੌਦੇ ਨੂੰ ਕਿੰਨੇ ਫਰੂਟਸ ਲੱਗਦੇ ਨੇ? ਦੇਖੋ ਜੀ, ਮੇਰੇ ਤੇ ਹਜੇ ਮਤਲਬ ਕਿ ਇੱਕ ਪਲਾਂਟਸ ਜਿਹੜੇ ਲੱਗ ਰਿਹਾ ਇਹਦੀ ਕੋਈ ਉਹ ਹੈ ਫਿਕਸ ਨਹੀਂ ਹੈਗਾ ਕਿ ਇਹਨੂੰ ਕਿੰਨੇ ਆਣੇ ਆ। ਇਹਨੂੰ ਜੜ ਤੋਂ ਵੀ ਆ ਸਕਦਾ ਹੈਗਾ, ਇਹ ਟੌਪ ਤੋਂ ਵੀ ਆ ਸਕਦਾ, ਕਿਤੋਂ ਵੀ ਆ ਸਕਦਾ ਹੈਗਾ। ਜਿਹੜੇ ਮੇਰੇ ਆਏ ਆ ਹਜੇ ਮੇਰੇ ਐਵਰੇਜ ਕੋਈ 7-8 ਫਰੂਟ ਹੀ ਮਤਲਬ ਕਿ ਇੱਕ ਪਿਲਰ ਤੋਂ ਆਏ ਹੋ ਗਏ ਆ। ਤੌਰ ਤੇ ਬਹੁਤ ਨੌਜਵਾਨ ਸ਼ਰਮ ਮਹਿਸੂਸ ਕਰ ਜਾਂਦੇ ਕਿ ਅਸੀਂ ਆਪਣੀ ਚੀਜ਼ ਨਹੀਂ ਵੇਚਣੀ ਜਾਂ ਰੇਹੜੀ ਨਹੀਂ ਲਾਉਣੀ ਹੈਗੀ। ਸੋ ਇੱਕ ਤੁਸੀਂ ਉਹਨਾਂ ਲੋਕਾਂ ਦੇ ਲਈ, ਉਹਨਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਕੇ ਸਾਹਮਣੇ ਆ ਰਹੇ ਹੋ ਕਿ ਜਿਹੜੇ ਨੌਜਵਾਨ ਇਸ ਚੀਜ਼ 'ਚ ਸ਼ਰਮ ਜਾਂ ਝਿਜਕ ਮਹਿਸੂਸ ਕਰਦੇ ਨੇ ਕਿ ਅਸੀਂ ਰੇਹੜੀਆਂ ਨਹੀਂ ਲਾ ਕੇ ਬੈਠਣਾ, ਅਸੀਂ ਪੜ੍ਹੇ ਲਿਖੇ ਹਾਂ, ਸਾਨੂੰ ਸਾਡੇ ਦੋਸਤ ਕੀ ਕਹਿਣਗੇ, ਇਹ ਸਭ ਚੀਜ਼ਾਂ ਸਭ ਦੇਖਦੇ ਆ। ਹਾਂ, ਇਹ ਚੀਜ਼ਾਂ ਬਹੁਤ ਫੇਸ ਕਰਨੇ ਪੈਂਦੇ ਮੈਡਮ, ਮੇਰੇ ਨਾਲ ਵੀ ਹੋਇਆ। ਦੇਖੋ, ਮੈਨੂੰ ਲੋਕ ਪਹਿਲੇ ਤੰਜ ਕੱਸਦੇ ਸੀਗੇ ਕਿ ਇਹ ਕੀ ਹੈ, ਵਿਕਣਾ ਨਹੀਂ ਹੈ, ਕਿੱਥੇ ਵੇਚੋਗੇ। ਮੇਰਾ ਮੰਨਣਾ ਹੈਗਾ ਕਿ ਜੇ ਆਪਾਂ ਬਾਹਰੋਂ ਲੈ ਕੇ ਖਾ ਰਹੇ ਹਾਂ, ਜੇ ਆਪਾਂ ਇੰਪੋਰਟ ਕਰਕੇ ਖਾ ਰਹੇ ਹੈਗੇ ਆ ਤੇ ਇਹਨੂੰ ਵੇਚਣ 'ਚ ਕਿਵੇਂ ਤੰਗੀ ਹੋਏਗੀ? ਮਤਲਬ ਜੀ ਸ਼ਾਰਟੇਜ ਹੈਗੀ ਹੈ, ਸ਼ਾਰਟੇਜ 'ਚ ਆਪਾਂ ਤਾਂ ਮੰਨਦੇ ਨਹੀਂ ਹੈਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਅੱਜ ਅਸੀਂ ਪਹੁੰਚੇ ਹੋਏ ਹਾਂ ਪਠਾਨਕੋਟ ਦੇ ਪਿੰਡ ਜੰਗਲ ਵਿਖੇ। ਵੈਸੇ ਤਾਂ ਅਸੀਂ ਆਏ ਦਿਨ ਤੁਹਾਨੂੰ ਸਫਲ ਕਿਸਾਨਾਂ ਦੇ ਨਾਲ ਮਿਲਵਾਉਂਦੇ ਰਹਿੰਦੇ ਹਾਂ ਜਿਨ੍ਹਾਂ ਨੇ ਖੇਤੀ ਵਿੱਚ ਨਵੀਆਂ ਪੈੜਾਂ ਪਾਈਆਂ ਨੇ, ਪਰ ਅੱਜ ਅਸੀਂ ਤੁਹਾਨੂੰ ਇੱਕ ਐਸੇ ਸਫਲ ਕਿਸਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜੋ ਕਿ ਖੇਤੀ ਕਰਦੇ ਨੇ ਡਰੈਗਨ ਫਰੂਟ ਦੀ। ਬਿਲਕੁਲ ਜੀ, ਇੱਕ ਪਹਿਲਾਂ ਇੰਜੀਨੀਅਰ ਸੀ ਤੇ ਇੰਜੀਨੀਅਰ ਦੀ ਨੌਕਰੀ ਨੂੰ ਠੇਡਾ ਮਾਰਨ ਤੋਂ ਬਾਅਦ ਆਪਣਾ ਮਿੱਟੀ ਦਾ ਪੁੱਤ ਫਿਰ ਆਪਣੇ ਖੇਤਾਂ ਵਿੱਚ ਆਉਂਦਾ ਤੇ ਇੱਥੇ ਆ ਕੇ ਕਮਾਈ ਕਰਦਾ ਤੇ ਬਹੁਤ ਚੰਗਾ ਸਫਲ ਕਿਸਾਨ ਬਣਦਾ ਹੈ। ਬਿਲਕੁਲ ਜੀ, ਗੱਲਬਾਤ ਕਰ ਰਹੀ ਹਾਂ ਮੈਂ ਰਮਨ ਸਲਾਰੀਆ ਦੇ ਨਾਲ, ਕਰਾਂਗੇ ਅਸੀਂ ਗੱਲਬਾਤ। ਸੋ ਰਮਨ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਡੇਲੀ ਪੋਸਟ ਪੰਜਾਬੀ ਤੋਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਠੀਕ ਠਾਕ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਫਾਰਮ ਤੇ ਆਉਣ ਦਾ। ਆਪਾਂ ਬਹੁਤ ਸਵਾਗਤ ਕਰਦੇ ਹਾਂ ਕਿ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਕੋਲ ਆਇਓ। ਸ਼ੁਕਰੀਆ ਜੀ। ਸੋ ਰਮਨ, ਅਸੀਂ ਦੇਖ ਰਹੇ ਸੀ ਕਿ ਤੁਸੀਂ ਇੰਜੀਨੀਅਰ ਦੀ ਪੜ੍ਹਾਈ ਕੀਤੀ ਹੈ ਤੇ ਉਸ ਤੋਂ ਬਾਅਦ ਤੁਸੀਂ ਜੌਬ ਕਰ ਰਹੇ ਸੀਗੇ, ਮੁੰਬਈ ਦੇ ਵਿੱਚ ਵੀ ਕੀਤੀ ਹੈ ਜੌਬ, ਕਾਫੀ ਥਾਵਾਂ ਤੇ ਜੌਬ ਕਰ ਰਹੇ ਹੋ। ਉੱਥੋਂ ਤੁਸੀਂ ਨੌਕਰੀ ਛੱਡ ਕੇ ਵਾਪਸ ਆਪਣੇ ਖੇਤਾਂ 'ਚ ਆਉਂਦੇ ਹੋ। ਸੋ ਸਭ ਤੋਂ ਪਹਿਲਾਂ ਕਿ ਇੱਕਦਮ ਪੜ੍ਹਾਈ ਨੌਕਰੀ ਕਿਉਂ ਛੱਡੀ ਗਈ? ਨੌਕਰੀ ਛੱਡੀ ਨਹੀਂ ਗਈ, ਨੌਕਰੀ ਮੈਂ ਮੀਨਸ ਛੱਡੀ ਹੈਗੀ ਹੈ, ਪਰ ਮੈਂ ਆਪਣਾ ਭਵਿੱਖ ਦੇਖ ਰਿਹਾ ਸੀਗਾ ਕਿ ਇੱਕ ਪ੍ਰਾਈਵੇਟ ਜੌਬ ਹੋਣ ਦੇ ਕਾਰਨ ਮੈਨੂੰ ਕਦੀ ਦਿੱਲੀ, ਕਦੀ ਜੈਪੁਰ, ਕਦੀ ਬੰਬੇ ਸ਼ਿਫਟ ਹੋਣਾ ਪੈਂਦਾ ਸੀਗਾ। ਰੀਸੈਂਟਲੀ ਮੈਂ ਕੋਈ 15 ਕੁ ਸਾਲ ਹੁਣ ਦਿੱਲੀ ਸੀਗਾ। ਦਿੱਲੀ ਤੋਂ ਹੁਣ ਮੈਨੂੰ ਸ਼ਿਫਟ ਹੋਣ ਦਾ ਇੱਕ ਆਫਰ ਸੀਗਾ ਬੰਬੇ ਸ਼ਿਫਟ ਹੋਣ ਲਈ। ਤੇ ਦੂਸਰਾ ਮੇਰੇ ਮਨ ਵਿੱਚ ਸੀਗਾ ਕਿ ਆਪਣੀ ਜਿਹੜੀ ਸਾਡੀ ਫੈਮਿਲੀ ਆਪਣਾ ਧੰਦਾ ਹੈਗਾ
ਖੇਤੀ ਦਾ ਜਿਵੇਂ ਆਪਣਾ ਜ਼ਮੀਨ ਦਾ। ਤੇ ਮੇਰਾ ਇੰਟਰਸਟ ਸੀਗਾ ਕਿ ਆਪਾਂ ਕਿਉਂ ਨਾ ਕਿ ਘਰੋਂ ਬਾਹਰ ਨਿਕਲ ਕੇ ਪੈਸੇ ਕਮਾਉਂਦੇ ਆ, ਆਪਾਂ ਉਹਦੇ 'ਚੋਂ ਹੀ ਉਸ ਧੰਦੇ ਵੱਲ ਡਰ ਕੇ ਲੋਕ ਛੱਡ ਰਹੇ ਹੈਗੇ ਆ, ਆਪਾਂ ਉਸ ਨੂੰ ਵਧੀਆ ਤਰੀਕੇ ਨਾਲ ਕਰੀਏ। ਤੇ ਫਿਰ ਮੇਰੀ ਆਪਣੇ ਫਾਦਰ ਸਾਹਿਬ ਨਾਲ ਗੱਲ ਹੋਈ, ਉਹਨਾਂ ਦਾ ਕਹਿਣਾ ਸੀਗਾ ਕਿ ਤੁਹਾਡਾ ਇਹ ਆਪ ਦਾ ਡਿਸੀਜਨ ਹੈ ਕਿ ਤੁਸੀਂ ਦੇਖੋ ਕਿ ਕੀ ਕਰਨਾ ਹੈਗਾ। ਤੇ ਫਿਰ ਮੇਰੇ ਕੁਲੀਗ ਸੀਗੇ, ਮੇਰੇ ਡੇਲੀ ਮੇਰੇ ਨਾਲ ਹੀ ਸੀਗੇ, ਉਹਨਾਂ ਨਾਲ ਆਪਾਂ ਸਰਚ ਕਰਦੇ ਸੀਗੇ ਆਪਣਾ ਡਰੈਗਨ ਫਰੂਟ ਦੇ ਬਾਰੇ, ਤੇ ਉਹਨਾਂ ਨਾਲ ਡਿਸਕਸ ਹੋਇਆ। ਫਿਰ ਆਪਾਂ ਚਲੇ ਗਏ ਗੁਜਰਾਤ ਆਪਾਂ ਜਾ ਕੇ ਵਿਜ਼ਿਟ ਕੀਤਾ ਫਾਰਮ ਦਾ, 2 ਵਾਰ ਗਏ ਆਪਾਂ, ਤਾਂ ਦੇਖਿਆ ਸੈਟਅਪ, ਤੇ ਇੱਕ ਵਧੀਆ ਸੀਗਾ, ਮਤਲਬ ਕਿ ਫਿਊਚਰ ਲੱਗ ਰਿਹਾ ਸੀਗਾ ਇਹਦੇ 'ਚ ਕਿ ਵੱਖਰਾ ਕਰਨ ਲਈ ਕੁਝ ਨਵੀਂ ਚੀਜ਼ ਹੈਗੀ ਆ। ਤੇ ਦੂਸਰਾ ਰਵਾਇਤੀ ਖੇਤੀ ਤਾਂ ਆਪਾਂ ਫਾਦਰ ਸਾਹਿਬ ਆਲਰੇਡੀ ਕਰ ਹੀ ਰਹੇ ਸੀਗੇ, ਤੇ ਮੇਰਾ ਸੀਗਾ ਕਿ ਆਪਾਂ ਕੁਝ ਵੱਖਰਾ ਕਰੀਏ, ਇਸ ਕਰਕੇ ਆਪਾਂ ਇਹਨੂੰ ਚੂਜ਼ ਕੀਤਾ ਹੈਗਾ। ਤੇ ਉਹਦਾ ਇੱਕ ਟਰਾਇਲ ਕਹਿ ਲਓ, ਇੱਕ ਟਰਾਇਲ ਲਗਾਇਆ ਜੋ ਕਿ ਬੜਾ ਸਕਸੈਸ ਰਿਹਾ ਹੈਗਾ, ਜਿਹਦੇ ਤੋਂ ਆਪਾਂ ਹੁਣ ਤੁਸੀਂ ਦੇਖੇ ਆਪਾਂ ਫਰੂਟ ਲੱਗੇ ਵੀ ਹੋਏ ਆ, ਔਰ ਆਪਾਂ ਫਰੂਟ ਦੇ ਤੋਂ ਕਾਫੀ ਲਿਆ ਵੀ ਹੈਗਾ, ਉਹਨੂੰ ਸੇਲ ਕੀਤਾ ਹੈਗਾ, ਆਪਾਂ ਮਾਰਕੀਟ 'ਚ ਵੀ ਸੇਲ ਕੀਤਾ ਹੈਗਾ। ਅਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਹਾਂ ਕਿ ਅਸੀਂ ਆ ਕੇ ਦੇਖ ਰਹੇ ਸੀ ਕਿ ਹੁਣ ਤਾਂ ਸੀਜ਼ਨ ਆਫ ਹੋ ਚੁੱਕਾ ਭਾਵਾਂ ਦੀ, ਪਰ ਦਿਖਾਉਣਾ ਜ਼ਰੂਰ ਬਣਦਾ ਸੀ ਕਿ ਤੁਸੀਂ ਬਹੁਤ ਵਧੀਆ ਪਹਿਲਾਂ ਵੀ ਨੌਕਰੀ ਕਰ ਰਹੇ ਸੀ, ਪਰ ਕਹਿੰਦੇ ਜਦੋਂ ਇੱਕ ਜੱਟ ਦਾ ਪੁੱਤ ਜਾਂ ਕਿਸਾਨ ਹੋਵੇ, ਕੋਈ ਵੀ ਜਿਹੜਾ ਮਿੱਟੀ ਨਾਲ ਜੁੜਿਆ ਹੋਵੇ, ਵਾਪਸ ਫਿਰ ਉੱਥੇ ਆਉਂਦਾ ਹੈ ਕਿ ਉਹਨੂੰ ਮੁਨਾਫਾ ਉੱਥੇ ਹੁੰਦਾ ਹੈ, ਕਿਉਂਕਿ ਮਾਂ ਧਰਤੀ ਵਿੱਚ ਜਦੋਂ ਕੋਈ ਅਸੀਂ ਚੀਜ਼ ਉਗਾਉਂਦੇ ਆ ਤਾਂ ਸਾਨੂੰ ਬਹੁਤ ਵੱਡਾ ਮੁਨਾਫਾ ਹੁੰਦਾ। ਤੇ ਇਹ ਦੱਸੋ ਕਿ ਜਦੋਂ ਤੁਸੀਂ ਇਸ ਖੇਤੀ ਦੀ ਪਹਿਲ ਕੀਤੀ ਸੀ ਕਿ ਰਵਾਇਤੀ ਫਸਲਾਂ ਕਣਕ ਝੋਨੇ ਤੋਂ ਨਿਕਲ ਕੇ ਅਲੱਗ ਜਿਹੜੀ ਫਸਲ ਬੀਜਣੀ ਹੈ, ਤਾਂ ਉਹ ਡਰੈਗਨ ਫਰੂਟਸ ਨੂੰ ਹੀ ਕਿਉਂ ਚੁਣਿਆ ਗਿਆ? ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਖੇਤੀ ਹੁੰਦੀਆਂ, ਤੁਸੀਂ ਉਹਨੂੰ ਵੀ ਚੁਣ ਸਕਦੇ ਸੀ, ਕੋਈ ਵੀ ਫਸਲ ਜਿਹੜੀ ਸੀ ਚੁਣ ਸਕਦੇ ਸੀਗੇ। ਹਾਂਜੀ ਚੁਣ ਸਕਦੇ ਹਾਂ, ਲੇਕਿਨ ਦੇਖੋ ਰਵਾਇਤੀ ਹੁਣ ਦੇਖੋ ਐਟ ਪ੍ਰੈਜ਼ੈਂਟ ਕੀ ਕੰਡੀਸ਼ਨ ਹੈਗੀ ਆ, ਕਣਕ ਔਰ ਝੋਨੇ ਦੀ ਕੀ ਕੰਡੀਸ਼ਨ ਹੈਗੀ ਹੈ, ਮਤਲਬ ਕਿ ਗਵਰਨਮੈਂਟ ਐਕਸੈਪਟ ਨਹੀਂ ਕਰ ਰਹੀ ਹੈਗੀ, ਜਾਂ ਤਾਂ ਤੁਹਾਨੂੰ ਖੁਦ ਮਾਰਕੀਟਿੰਗ ਕਰਨੀ ਪਏਗੀ। ਹੁਣ ਇਹ ਨਈ ਚੀਜ਼ ਹੈਗੀ, ਲੇਟੈਸਟ ਫਰੂਟ ਹੈਗਾ ਜਿਹੜਾ ਮਤਲਬ ਕਿ ਇੰਡੀਆ 'ਚ ਅੱਜ ਤੱਕ ਇੰਪੋਰਟ ਹੀ ਹੋ ਰਿਹਾ, ਤੇ ਇੱਕ ਨਈ ਚੀਜ਼ ਸੀਗੀ ਕਿ ਜਿਹੜੀ ਆਪਾਂ ਮਤਲਬ ਕਿ ਔਰ ਖਾਣ ਲਈ ਆਪਣੇ ਬਹੁਤ ਵਧੀਆ ਹੈਗਾ। ਤੁਸੀਂ ਦੇਖਿਆ ਹੀ ਹੈਗਾ ਮਾਰਕੀਟ 'ਚ ਆ ਰਿਹਾ, ਲੇਕਿਨ ਮਾਰਕੀਟ 'ਚ ਹਜੇ ਵੀ ਇਹ ਇੰਪੋਰਟਡ ਹੀ ਆ ਰਿਹਾ। ਜਿਹੜਾ ਸਾਡਾ ਫਰੂਟ ਹੈਗਾ ਜਿਹੜਾ ਹੁਣ ਤਿਆਰ ਹੋਇਆ, ਇਹ ਟੇਸਟ ਬਹੁਤ ਵਧੀਆ, ਮਿੱਠਾ ਹੈਗਾ, ਬੜਾ ਕੰਟਰੋਲ ਲਿਆ ਮਿੱਠਾ ਹੈਗਾ, ਤੇ ਬਹੁਤ ਵਧੀਆ ਖਾਣ 'ਚ ਹੈਗਾ, ਔਰ ਇਹਦੇ 'ਚ ਫਾਇਦਾ ਵੀ ਹੈਗਾ। ਫਾਇਦਾ ਕੀ ਹੈਗਾ ਕਿ ਦੇਖੋ ਇਹ 1 ਸਾਲ 'ਚ ਹੀ ਮੇਰਾ ਫਰੂਟ ਆ ਗਿਆ, ਜੋ ਮੇਰੀ ਐਕਸਪੈਕਟੇਸ਼ਨ ਨਹੀਂ ਸੀ ਕਿ 1 ਸਾਲ 'ਚ ਆਏਗਾ। ਜਿਵੇਂ ਕਿ ਹੁਣ ਮੈਂ ਇਹਦੇ ਤੋਂ ਕੋਈ 200 ਕਿਲੋ ਲਗਭਗ 2 ਕੁਇੰਟਲ ਦੇ ਕਰੀਬ ਆਪਾਂ ਇਹਦੇ 'ਚੋਂ ਕੀਤਾ ਹੈਗਾ, ਤੇ ਇੱਕ ਛੋਟੇ ਜਿਹੇ ਰਕਬੇ 'ਚ ਆਪਾਂ ਕੀਤਾ ਹੈਗਾ। ਹੁਣ ਮੇਰਾ ਪਲਾਨ ਹੈਗਾ ਕਿ ਇਹਨੂੰ ਆਪਾਂ 1.5 ਏਕੜ 'ਚ ਐਕਸਟੈਂਡ ਕਰਾਂਗੇ, ਤੇ ਇਹਦੀ ਜਿਹੜੀ ਆਪਾਂ ਫੁੱਲ ਫਲੈਜ ਇਨਕਮ ਹੈਗੀ ਉਹ 3 ਸਾਲ ਤੋਂ ਬਾਅਦ ਆਪਾਂ ਲੈ ਸਕਦੇ ਹਾਂ। ਜਿੱਥੇ ਕਿ ਆਪਾਂ ਕਣਕ ਝੋਨਾ ਹੈਗਾ, ਉਹਨੂੰ ਕਿੰਨਾ ਕੁ ਉਹਦੇ 'ਚ ਆਪਾਂ ਇਨਕਮ ਲੈ ਸਕਦੇ ਹਾਂ, ਵੇਚਣ 'ਚ ਦਿੱਕਤ ਹੈਗੀ ਹੈ, ਉਹਨੂੰ ਸੈਲ ਕਰਨ 'ਚ ਦਿੱਕਤ ਹੈਗੀ ਹੈ, ਇਹਨੂੰ ਆਪਾਂ ਮਤਲਬ ਕਿ ਕੱਟ ਫਰੂਟ ਹੋਣ ਦੇ ਕਾਰਨ ਮੈਨੂੰ ਵੇਚਣ ਵੀ ਬਾਹਰ ਨਹੀਂ ਜਾਣਾ ਪੈਂਦਾ ਹੈਗਾ, ਮਤਲਬ ਕਿ ਲੋਕ ਖੁਦ ਇੱਥੋਂ ਲੈਣ ਆਉਂਦੇ ਆ, ਔਰ ਮੇਰੀ ਇਨਕਮ ਵੀ ਵਧੀਆ ਹੈਗੀ ਹੈ। ਮੇਰੀ ਕੋਸ਼ਿਸ਼ ਇਹੀ ਹੈਗੀ ਕਿ ਜੋ ਮੈਂ ਆਪਣਾ ਪੈਕੇਜ ਛੱਡ ਕੇ ਆਇਆ, ਮੈਂ ਉਸ ਨੂੰ ਡਬਲ ਕਰਨਾ ਆਉਣ ਵਾਲੇ 1 ਸਾਲ ਦੇ ਵਿੱਚ, ਔਰ ਮੇਰੀ ਉਹਦੀ ਕੋਸ਼ਿਸ਼ ਚੱਲ ਰਹੀ ਹੈ। ਜਿਵੇਂ ਕਿ ਤੁਸੀਂ ਦੱਸਿਆ ਕਿ ਹੁਣ ਡਰੈਗਨ ਲੱਗਿਆ ਹੋਇਆ, ਮੇਰੇ ਕੋਲ ਪਪਾਇਆ ਵੀ ਲੱਗਿਆ ਹੋਇਆ, ਮੈਂ ਪਪਾਇਆ ਕਹਿ ਲਓ ਕਿ ਮੈਂ ਬੋਨਸ ਵਿੱਚ ਇਹਦੇ 'ਚੋਂ ਲੈ ਰਿਹਾ, ਕਿਉਂਕਿ ਸੇਮ ਜ਼ਮੀਨ ਦੇ ਵਿੱਚੋਂ ਹੀ ਆਪਾਂ ਮਲਟੀ ਕ੍ਰੌਪ ਕਰਕੇ ਪਪਾਇਆ ਲੈ ਲੈਣਾ, ਉਹਦੇ ਤੋਂ ਵੀ ਇਨਕਮ ਆ ਗਈ ਮੈਨੂੰ, ਇਹਦੇ ਤੋਂ ਵੀ ਇਨਕਮ ਆ ਗਈ, ਮੇਰੀ ਡਬਲ ਇਨਕਮ ਹੋ ਗਈ ਨਾ। ਮਤਲਬ ਕਿ ਮੇਰਾ ਇਹ ਸਟ੍ਰੈਟਜੀ ਹੈਗੀ ਹੈ ਕਿ ਮੈਂ ਹੁਣ ਜਿਵੇਂ ਕਿ 1 ਏਕੜ ਹੋਰ ਐਕਸਟੈਂਡ ਕਰੂੰਗਾ, ਤੇ ਮੇਰੀ ਇਨਕਮ ਨੈਚੁਰਲੀ ਹੈ ਕਿ ਮੇਰਾ ਇੱਕ ਟਾਰਗੇਟ ਜਿਹੜਾ ਫਿਕਸ ਹੈਗਾ ਕਿ ਮੈਂ ਡਬਲ ਕਰਨਾ ਹੈਗਾ। ਜੇ ਮੈਂ ਉਸ ਪੈਕੇਜ 'ਤੇ ਛੱਡਿਆ ਤੇ ਇਸ ਪੈਕੇਜ 'ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਡਬਲ ਕਰੂੰਗਾ, ਜਿਹਦੇ 'ਚ ਮੈਂ ਮਤਲਬ ਕਿ ਸਕਸੈਸ ਆਪਣੇ ਆਪ ਨੂੰ ਫੀਲ ਕਰ ਰਿਹਾ ਕਿ ਮੈਂ ਗਾਂ ਵੱਲ ਵੱਧ ਹੀ ਰਿਹਾ ਹੈਗਾ ਜੀ। ਜੇਕਰ ਗੱਲ ਕਰੀਏ, ਤੁਸੀਂ ਉੱਥੇ ਜਦੋਂ ਸਿਵਲ ਇੰਜੀਨੀਅਰ ਦੀ ਨੌਕਰੀ ਕਰਦੇ ਸੀ ਤਾਂ ਉਸ ਦੌਰਾਨ ਤੁਹਾਡਾ ਪੈਕੇਜ 9.5 ਲੱਖ ਦਾ ਸੀ। ਸੋ ਹੁਣ ਤੁਸੀਂ ਅੱਜ ਪਹਿਲੀ ਵਾਰ ਆਪਣੀ ਫਸਲ ਨੂੰ ਜਦੋਂ ਵੇਚ ਕੇ ਆਏ ਹੋ ਤਾਂ ਕਿੰਨਾ ਕੁ ਮੁਨਾਫਾ ਹੋਇਆ ਕਿ ਤੁਹਾਨੂੰ ਦੇਖ ਕੇ ਵਾਕਈ ਦੂਸਰੇ ਕਿਸਾਨ ਵੀ ਪ੍ਰੇਰਨਾ ਲੈ ਸਕਣ ਕਿ ਇਹਦੇ 'ਚ ਵਾਕਈ ਮੁਨਾਫਾ ਬਹੁਤ ਹੁੰਦਾ ਹੈ? ਮੇਰੇ ਕੋ 250 ਪਿਲਰਸ ਨੇ, 250 ਪਿਲਰਸ ਮੀਨਸ ਕਿ 1000 ਪਲਾਂਟਸ ਮੇਰੇ ਕੋਲ ਲੱਗਿਆ ਹੋਇਆ, ਇੱਕ ਹਾਫ ਏਕੜ ਦੇ ਵਿੱਚ ਮੇਰਾ ਲੱਗਿਆ ਹੋਇਆ। ਇਸ 'ਚ ਮੈਂ 200 ਕੁਇੰਟਲ ਦੇ ਲਗਭਗ 1 ਲੱਖ ਰੁਪਏ ਦੇ ਕਰੀਬ ਮੈਂ ਲਿਆ ਹੈਗਾ। ਤੇ ਜੇ ਆਪਾਂ 1 ਏਕੜ ਦੀ ਗੱਲ ਕਰੀਏ ਤੇ ਨੈਚੁਰਲੀ 4 ਕਨਾਲ ਦੇ ਵਿੱਚ ਆਪਾਂ 1 ਲੱਖ ਹੈ ਤੇ ਉਹਦੇ 'ਚ 2 ਲੱਖ ਹੈ। ਤੇ ਇਵੇਂ ਆਪਣਾ ਜਿਹੜੀ ਪ੍ਰੋਡਕਸ਼ਨ ਆ ਗਿਆ, ਪਲਾਂਟਸ ਛੋਟੇ ਹੈਗੇ ਆ, ਸਾਨੂੰ ਤੇ ਇਹ ਵੀ ਐਕਸਪੈਕਟੇਸ਼ਨ ਨਹੀਂ ਸੀ ਹੈਗੀ ਕਿ ਇਹਦੇ ਤੇ ਫਰੂਟ ਇੰਨੇ ਆਉਣਗੇ। ਜੇ ਆਪਾਂ ਇਹਦੇ 'ਚੋਂ 1 ਏਕੜ 'ਚੋਂ 2 ਲੱਖ ਲੈ ਲੈਂਦੇ ਆ, ਮੈਂ 1 ਲੱਖ ਲਿਆ, ਜੇ 1 ਏਕੜ ਹੁੰਦਾ ਤੇ 2 ਲੱਖ ਸੀਗਾ, ਤੇ ਨੈਕਸਟ ਈਅਰ ਮਤਲਬ ਕਿ ਨੈਚੁਰਲੀ ਡਬਲ ਹੋਏਗਾ। ਜੇ ਪਲਾਂਟਸ ਵਧਣਗੇ ਤੇ ਫਰੂਟਸ ਵਧੇਗਾ ਤੇ ਡਬਲ ਹੋਊਗਾ। ਤਾਂ ਮੇਰੀ ਆਪਣੀ ਇੱਕ ਮੰਨਣਾ ਹੈਗਾ ਕਿ 5 ਤੋਂ 6 ਲੱਖ ਰੁਪਏ ਆਪਾਂ ਲੈ ਸਕਦੇ ਹਾਂ। 10 ਲੱਖ ਦਾ ਤਾਂ ਮੈਂ ਨਹੀਂ ਕਰ ਸਕਦਾ, ਜਦ ਤੱਕ ਮੈਂ ਲਵਾਂਗਾ ਨਹੀਂ ਮੈਂ ਉਹਦੀ ਨਹੀਂ ਕਮਾਂਗਾ। ਤੇ ਲੇਕਿਨ ਇੰਨਾ ਮੈਨੂੰ ਜ਼ਰੂਰ ਅਸ਼ੋਰ ਹੈਗਾ ਕਿ ਮੈਂ 5 ਤੋਂ 6 ਲੱਖ ਰੁਪਏ ਤੱਕ ਆਪਾਂ ਜਾ ਸਕਦੇ ਹੈਗੇ।
ਹੁਣ ਉਹਦੇ 'ਚ ਤੁਸੀਂ ਪਪਾਇਆ ਕਰ ਲਓ, ਇਹ ਸਾਡੀ ਆਪਣੀ ਹੈਗੀ ਹੈ। ਕੁਝ ਲੋਕ ਸਬਜ਼ੀਆਂ ਕਰਦੇ ਹੈਗੇ ਆ, ਕੁਝ ਲੋਕ ਅਦਰਸ ਮਤਲਬ ਚੀਜ਼ਾਂ ਜਾ ਕੇ, ਤੇ ਇਹ ਤੁਹਾਡੇ ਤੇ ਡਿਪੈਂਡ ਹੈਗਾ ਤੁਸੀਂ ਕੀ ਲੈ ਸਕਦੇ ਹੋ। ਲੇਕਿਨ ਆਪਾਂ ਇਹਦੇ ਤੋਂ 5 ਤੋਂ 6 ਲੱਖ ਰੁਪਏ ਤੱਕ ਜਾ ਸਕਦੇ ਹਾਂ। ਜੇਕਰ ਗੱਲ ਕਰੀਏ ਹੁਣ ਇੱਥੇ ਕਿੰਨੇ ਸਾਰੇ ਪਿੱਲਰ ਮੌਜੂਦ ਨੇ, ਇਹ ਪਹਿਲੀ ਗੱਲ ਤਾਂ ਇਹ ਸਵਾਲ ਮਨ ਚ ਆਉਂਦਾ ਕਿ ਪਿੱਲਰ ਤੇ ਹੀ ਅਸੀਂ ਇਸ ਨੂੰ ਕਿਉਂ ਉਗਾਉਂਦੇ ਆ। ਐਕਚੁਅਲੀ ਜਿਹੜਾ ਇਹ ਹੈਗਾ, ਇਹ ਕੈਕਟਸ ਹੈਗਾ ਮੈਡਮ। ਦੇਖੋ ਤੁਸੀਂ, ਇਹ ਕੈਕਟਸ ਦੀ ਹੀ ਇੱਕ ਪ੍ਰਜਾਤੀ ਹੈਗੀ ਆ ਜਿਹਨੂੰ ਕਿ ਆਪਾਂ ਡਰੈਗਨ ਕਹਿੰਦੇ ਹੈਗੇ। ਹੁਣ ਇਹ ਆਪਣਾ ਸੈਲਫ ਵੇਟ ਮੀਨਸ ਨਹੀਂ, ਸੈਲਫ ਵੇਟ ਤੇ ਖੜਾ ਨਹੀਂ ਹੋ ਸਕਦਾ, ਠੀਕ ਹੈ। ਇਹਦੇ ਲਈ ਤੁਸੀਂ ਦੇਖ ਰਹੇ ਹੋਵੋਗੇ ਸਾਨੂੰ ਇਹਨੂੰ ਬੰਨ੍ਹਣਾ ਪੈਂਦਾ ਹੈਗਾ। ਸਪੋਰਟ ਹੋ ਜਾਂਦੀ ਹੈਗੀ ਹੈ। ਸਪੋਰਟ ਤੋਂ ਬਾਅਦ ਜਦੋਂ ਇਹ ਆਪਾਂ ਟੌਪ ਤੱਕ ਆ ਜਾਂਦਾ, ਫਿਰ ਇਹਦੇ ਵਿੱਚ ਲੌਕ ਹੋ ਜਾਂਦਾ। ਲੌਕ ਹੋਣ ਤੋਂ ਬਾਅਦ ਇਹ ਮਤਲਬ ਕਿ ਆਪਣਾ ਸੈਲਫ ਵੇਟ ਇਹਦਾ ਸਾਡਾ ਇਹਦੇ ਉੱਪਰ ਆ ਜਾਂਦਾ, ਜਿਹਦੇ ਨਾਲ ਇਹਨੂੰ ਕੋਈ ਡਿੱਗਣ ਦਾ ਖਤਰਾ ਨਹੀਂ ਰਹਿੰਦਾ ਹੈਗਾ। ਕਿਉਂਕਿ ਇਹ ਕੈਕਟਸ ਹੋਣ ਦੇ ਕਾਰਨ ਆਪਣਾ ਸੈਲਫ ਵੇਟ ਨਹੀਂ ਲੈ ਸਕਦਾ, ਇਸ ਕਰਕੇ ਸਾਨੂੰ ਬੰਨ੍ਹਣਾ ਪੈਂਦਾ ਔਰ ਇਸ ਪਿੱਲਰ ਦੀ ਜ਼ਰੂਰਤ ਪੈਂਦੀ ਹੈ। ਇਸ ਪਿੱਲਰ ਤੋਂ ਬਿਨਾਂ ਇਹ ਮੀਨਸ ਆਪਣਾ ਸੈਲਫ ਵੇਟ ਨਹੀਂ ਲੈ ਸਕਦਾ, ਇਸ ਕਰਕੇ ਸਾਨੂੰ ਇਹਦੀ ਜ਼ਰੂਰਤ ਪੈਂਦੀ ਹੈਗੀ। ਗੱਲ ਕਰੀਏ ਇਹਨੂੰ ਤੋੜਨ ਦੀ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਇਹਦੇ ਨਾਲ ਕੰਡੇ ਵੀ ਮੌਜੂਦ ਨੇ, ਜਦੋਂ ਇਸ ਫਰੂਟ ਨੂੰ ਤੋੜਿਆ ਜਾਂਦਾ ਤਾਂ ਆਸਾਨੀ ਨਾਲ ਟੁੱਟ ਜਾਂਦਾ ਹੈ। ਹਾਂ ਬਿਲਕੁਲ, ਜਿਸ ਟਾਈਮ ਇਹ ਪੱਕ ਜਾਂਦਾ ਹੈਗਾ, ਇਹਨੂੰ ਆਪਾਂ ਇੱਥੋਂ ਪਕੜ ਕੇ ਹਲਕਾ ਜਿਹਾ ਘੁਮਾਵਾਂਗੇ, ਇਹ ਟੁੱਟ ਜਾਂਦਾ, ਬੜੇ ਈਜ਼ੀਲੀ ਟੁੱਟ ਜਾਂਦਾ ਹੈਗਾ। ਇਸ ਵਿੱਚ ਕੋਈ ਸੋ ਬਿਲਕੁਲ ਜੀ, ਤਸਵੀਰ ਜਿਹੜੀ ਤੁਹਾਨੂੰ ਦਿਖਾਉਂਦੇ ਹਾਲੇ ਇਹ ਜਿਹੜਾ ਫਰੂਟ ਹੈ ਇਹ ਹਾਲੇ ਕੱਚਾ ਹੈ। ਸੋ ਹੌਲੀ ਹੌਲੀ ਇਹ ਜਿਹੜਾ ਬਣ ਕੇ ਜਿਹੜਾ ਤਿਆਰ ਹੋਏਗਾ, ਫਿਰ ਇਹਦਾ ਜਿਹੜਾ ਕਲਰ ਹੈ ਉਹ ਪਿੰਕ ਦੇ ਵਿੱਚ ਆਏਗਾ, ਗੁਲਾਬੀ ਰੰਗ ਦੇ ਵਿੱਚ। ਤਸਵੀਰ ਇੱਕ ਵਾਰ ਜਿਹੜਾ ਇਹ ਬਿਲਕੁਲ ਪੱਕਾ ਹੋਇਆ ਵੀ ਸਾਡੇ ਕੋਲ ਮੌਜੂਦ ਹੈ। ਅਸੀਂ ਤਸਵੀਰ ਜਿਹੜੀ ਇੱਕ ਪੱਕੇ ਦੀ ਵੀ ਦਿਖਾਉਂਦੇ ਹਾਂ, ਪਹਿਲਾਂ ਕੱਚਾ ਹੈ, ਉਸ ਤੋਂ ਬਾਅਦ ਇੱਕ ਤਿਆਰ ਹੋ ਕੇ ਜਿਹੜਾ ਪੱਕੇ ਰੰਗ ਦਾ ਇੱਕ ਗੁਲਾਬੀ ਰੰਗ ਚ ਆ ਗਿਆ। ਇਹ ਦੋ ਸਾਈਡਾਂ ਹੁੰਦੀਆਂ ਨੇ, ਤੁਸੀਂ ਪਹਿਲਾਂ ਵੀ ਦੱਸ ਰਹੇ ਸੀ ਕਿ ਇਨਸਾਈਡ ਐਂਡ ਆਊਟਸਾਈਡ। ਜੀ ਮੀਨਸ ਜਿਹੜਾ ਦੋ ਸਾਈਡ ਜਿਹੜੇ ਮੇਰੇ ਕੋਲ ਲੱਗੇ ਹੋਏ ਨੇ ਪਲਾਂਟਸ ਮੈਡਮ, ਉਹ ਦੋ ਪ੍ਰਜਾਤੀ ਦੇ ਹੈਗੇ ਆ। ਜਿਵੇਂ ਕਿ ਤੁਸੀਂ ਇਹ ਦੇਖ ਰਹੇ ਹੋ ਅੱਗੇ, ਇਹ ਆਊਟਸਾਈਡ ਬਾਹਰ ਤੋਂ ਪਿੰਕ ਰੰਗ ਦਾ ਹੈਗਾ, ਗੁਲਾਬੀ ਰੰਗ ਦਾ ਹੈਗਾ। ਇਹਨੂੰ ਆਪਾਂ ਅੰਦਰੋਂ ਕੱਟਾਂਗੇ ਤੇ ਤਾਂ ਵੀ ਸਾਨੂੰ ਗੁਲਾਬੀ ਹੀ ਮਿਲੇਗਾ, ਠੀਕ ਹੈ ਜੀ। ਜਿਹੜਾ ਇੱਕ ਦੂਸਰੀ ਪ੍ਰਜਾਤੀ ਲੱਗੀ ਹੋਈ ਹੈ, ਉਹਦਾ ਬਾਹਰੋਂ ਪਿੰਕ ਹੋਏਗਾ ਲੇਕਿਨ ਅੰਦਰੋਂ ਵਾਈਟ ਹੋਏਗਾ। ਹੁਣ ਆਪਾਂ ਜਿਹੜਾ ਮਾਰਕੀਟ 'ਚ ਵੀ ਆ ਰਿਹਾ ਉਹ ਸਾਰਾ ਹੀ ਵਾਈਟ ਆ ਰਿਹਾ, ਕਿਉਂਕਿ ਉਹ ਇੰਪੋਰਟਡ ਹੈਗਾ। ਜਿਹੜਾ ਸਾਡਾ ਖੁਦ ਦਾ ਹੈਗਾ, ਇਹ ਆਊਟਸਾਈਡ ਵੀ ਪਿੰਕ ਹੈਗਾ ਤੇ ਇਨਸਾਈਡ ਵੀ ਪਿੰਕ ਹੈਗਾ, ਜਿਹੜਾ ਖਾਣ 'ਚ ਸਵੀਟ ਹੈਗਾ। ਤੇ ਇੱਕ ਪੌਦੇ ਨੂੰ ਕਿੰਨੇ ਫਰੂਟਸ ਲੱਗਦੇ ਨੇ? ਦੇਖੋ ਜੀ, ਮੇਰੇ ਤੇ ਹਜੇ ਮਤਲਬ ਕਿ ਇੱਕ ਪਲਾਂਟਸ ਜਿਹੜੇ ਲੱਗ ਰਿਹਾ, ਇਹਦੀ ਕੋਈ ਉਹ ਹੈ ਫਿਕਸ ਨਹੀਂ ਹੈਗਾ ਕਿ ਇਹਨੂੰ ਕਿੰਨੇ ਆਣੇ ਆ। ਇਹਨੂੰ ਜੜ ਤੋਂ ਵੀ ਆ ਸਕਦਾ ਹੈਗਾ, ਇਹ ਟੌਪ ਤੋਂ ਵੀ ਆ ਸਕਦਾ, ਕਿਤੋਂ ਵੀ ਆ ਸਕਦਾ ਹੈਗਾ। ਜਿਹੜੇ ਮੇਰੇ ਆਏ ਆ, ਹਜੇ ਮੇਰੇ ਐਵਰੇਜ ਕੋਈ 7-8 ਫਰੂਟ ਹੀ ਇੱਕ ਮਤਲਬ ਕਿ ਇੱਕ ਪਿੱਲਰ ਤੋਂ ਆਏ ਹੋ ਗਏ ਆ, ਜਿਹੜੀ ਕਿ ਮਤਲਬ ਕਿ ਗਾਂ ਨੂੰ ਵੱਧ ਕੇ ਇਹ ਕੋਈ 8 ਤੋਂ 10 ਕਿਲੋ ਤੱਕ ਇੱਕ ਪੂਰਾ ਜਿਹੜਾ ਆਪਣਾ ਪਿੱਲਰ ਹੈ ਇਹ ਚਲਾ ਜਾਂਦਾ ਹੈਗਾ, 10 ਕਿਲੋ ਤੱਕ ਚਲਾ ਜਾਂਦਾ ਹੈ ਜੀ। ਸੋ ਬਿਲਕੁਲ, ਅਸੀਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਇੱਕ ਪਿੱਲਰ ਨੂੰ 7 ਫਰੂਟ ਲੱਗ ਜਾਂਦੇ ਆ, ਹਨਾ। ਸੋ ਜਿਹੜੇ ਲੱਗੇ ਹੋਏ ਆ ਮੈਡਮ। ਸੋ ਉਸ ਤੋਂ ਬਾਅਦ ਜਦੋਂ ਤੁਸੀਂ ਮਾਰਕੀਟ 'ਚ ਵੇਚਣ ਜਾਂਦੇ ਹੋ ਤਾਂ ਫਿਰ ਇਹ ਕਿੰਨੇ ਇੱਕ ਰੇਟ ਤੱਕ, ਕਿੰਨਾ ਕੁ ਮਹਿੰਗਾ ਫਰੂਟ ਜਿਹੜਾ ਹੈ ਵਿਕਦਾ ਆ ਆਮ ਤੌਰ ਤੇ? ਅਗਰ ਆਪਾਂ ਰਿਟੇਲ ਦੀ ਗੱਲ ਕਰੀਏ, ਕਿ ਮੈਂ ਰਿਟੇਲ ਦੀ ਗੱਲ ਬਾਰ-ਬਾਰ ਇਸ ਕਰਕੇ ਕਰ ਰਿਹਾ ਕਿ ਆਪਾਂ ਇਹਨੂੰ, ਮੇਰੀ ਕੋਸ਼ਿਸ਼ ਕੀ ਹੈਗੀ, ਮੈਂ ਇਹਨੂੰ ਰਿਟੇਲ ਹੀ ਕਰਨਾ ਹੈਗਾ। ਮੈਂ ਹੋਲਸੇਲ 'ਚ ਥੋੜਾ ਇੰਟਰਸਟਡ ਨਹੀਂ ਹੈਗਾ ਕਿ ਜੇ ਆਪਾਂ ਕਿਸਾਨ ਹੈਗਾ ਤਾਂ ਆਪਣਾ ਵਿਚੋਲੀਏ ਵਿੱਚ ਕਿਉਂ ਵਾੜੀਏ ਇਹਦੇ ਵਿੱਚ, ਠੀਕ ਹੈ ਜੀ। ਤੇ ਅਗਰ ਰਿਟੇਲ ਦੀ ਗੱਲ ਕਰੀਏ, ਰਿਟੇਲ ਵੱਡੀਆਂ ਦੁਕਾਨਾਂ ਦੀ ਗੱਲ ਕਰੀਏ, ਜਿਵੇਂ ਕਿ ਵੀਕ ਬਾਜ਼ਾਰ ਹੈਗੇ ਆ, ਜਾਂ ਆਪਾਂ ਆਨਲਾਈਨ ਚੈੱਕ ਕਰਦੇ ਆ, ਉਹ ਤੇ 400 ਤੋਂ 500 ਰੁਪਏ ਦੇ ਵੀ ਵੇਚਦੇ ਹੈਗੇ ਆ। ਲੇਕਿਨ ਜਿਹੜਾ ਸਾਡਾ ਹੈਗਾ ਕਿ ਸਾਡਾ ਕਿ ਕਸਟਮਰ ਨੂੰ ਆਪਾਂ ਡਾਇਰੈਕਟ ਦਈਏ, ਉਹ ਅਸੀਂ ਮਤਲਬ ਕਿ ਮਾਰਕੀਟ ਦੇ ਅਕੋਰਡਿੰਗ 300 ਤੋਂ 400 ਰੁਪਏ ਤੱਕ ਮੁਹੱਈਆ ਕਰਵਾਉਂਦੇ ਹਾਂ। ਮੈਂ ਹੁਣ ਜਿਹੜੇ ਇਸ ਸਾਲ ਵੇਚਿਆ ਹੈਗਾ, ਮੈਂ 400 ਰੁਪਏ ਦੇ ਹੀ ਰਿਟੇਲ 'ਚ ਹੀ ਵੇਚਿਆ ਹੈਗਾ। ਇੱਕ ਫਰੂਟ ਨੂੰ ਅਸੀਂ ਕਿੰਨੇ ਕੁ ਰੁਪਏ 'ਚ ਵੇਚ ਸਕਦੇ ਹਾਂ? ਇੱਕ ਫਰੂਟ ਨੂੰ ਜੇਕਰ ਵੇਚਣਾ ਹੋਵੇ, ਜਿੱਦਾਂ ਆਮ ਤੌਰ ਤੇ ਪਪੀਤਾ ਦੀ ਗੱਲ ਕਰੀਏ ਤਾਂ ਸਾਨੂੰ 70 ਰੁਪਏ ਦੇ ਵਿੱਚ ਮਿਲ ਜਾਂਦਾ, 70 ਰੁਪਏ ਕਿਲੋ, 40 ਰੁਪਏ ਕਿਲੋ, ਅਲੱਗ-ਅਲੱਗ ਰੇਟ ਜਿਹੜੇ ਨੇ ਸਮੇਂ ਦੇ ਅਨੁਸਾਰ ਹੁੰਦੇ ਆ। ਤੇ ਜੇਕਰ ਹੁਣ ਗੱਲ ਕਰੀਏ ਤਾਂ ਕਿੰਨੇ ਕੁ ਇੱਕ ਫਰੂਟ ਜਿਹੜਾ ਕਿੰਨੇ ਕੁ ਰੁਪਏ 'ਚ ਵਿਕਦਾ? ਮੈਡਮ ਫਰੂਟ ਦੀ ਗੱਲ ਕਰੀਏ ਤਾਂ ਫਰੂਟ ਦਾ ਡਿਪੈਂਡ ਕਰਦਾ ਹੈਗਾ ਵੇਟ ਤੇ। ਵੇਟ ਮੀਨਸ ਜਿਹੜਾ ਇਹਦਾ ਆਪਣਾ ਔਨ ਐਂਡ ਐਵਰੇਜ ਹੈਗਾ 200 ਗ੍ਰਾਮ ਤੋਂ ਲੈ ਕੇ 600 ਗ੍ਰਾਮ ਤੱਕ ਇਸ ਟਾਈਮ ਵਿੱਚ ਗਿਆ ਹੈਗਾ। ਤੇ ਇਸ ਕਰਕੇ ਆਪਾਂ ਸਾਡੀ ਕੀ ਹੈਗੀ, ਆਪਾਂ ਨੂੰ ਕੇਜੀ 'ਚ ਹੀ ਵੇਚੀਏ ਤਾਂ ਜ਼ਿਆਦਾ ਬੈਟਰ ਹੈਗਾ। ਤੇ ਜਾਂ ਜੇ ਸਾਨੂੰ ਪਰ ਪੀਸ ਕਰਨਾ ਪਏਗਾ, ਫਿਰ ਇਹਦੀ ਗ੍ਰੇਡੇਸ਼ਨ ਕਰਨੀ ਪਏਗੀ, ਠੀਕ ਹੈ। ਉਹਦੇ ਲਈ ਥੋੜ੍ਹੀ ਜਿਹੀਆਂ ਕੁਝ ਮੁਸ਼ਕਲਾਂ ਦੇ, ਛੋਟੇ ਵੇਟ ਛੋਟੇ ਆ, ਉਹ ਕੌਣ ਲਊਗਾ? ਇਸ ਕਰਕੇ ਆਪਾਂ ਇਹਨੂੰ ਕੇਜੀ 'ਚ ਹੀ ਵੇਚਿਆ ਹੈਗਾ। ਕੇਜੀ ਆਪਾਂ 400 ਰੁਪਏ ਰਿਟੇਲ 'ਚ ਵੇਚਿਆ ਹੈਗਾ ਆਪਣੀ ਲੋਕਲ ਮਾਰਕੀਟ ਦੇ ਵਿੱਚ। ਤੇ ਜੇ ਆਪਾਂ ਚਾਹੀਏ ਤਾਂ ਆਪਾਂ ਉਹਨੂੰ ਉਹਦੇ 'ਚ ਵੀ ਵੇਚ ਸਕਦੇ ਹੈਗੇ। ਪਰ ਤੁਸੀਂ ਜਦੋਂ ਵੇਚਣ ਗਏ ਸੀ ਫਰੂਟ ਨੂੰ, ਤੁਸੀਂ ਆਪ ਹੀ ਵੇਚਿਆ ਜਾਂ ਫਿਰ ਆਪਣੇ ਕਿਸੇ ਸਾਥੀ ਨੂੰ ਚੁਣਿਆ, ਜਾਂ ਆਪਣੇ ਜਿੱਥੇ ਤੁਸੀਂ ਕੰਮ ਕਰਦੇ ਉਹਨਾਂ ਨੂੰ ਚੁਣਿਆ ਕਿ ਉਹ ਵੇਚ ਕੇ ਆਣਗੇ? ਦੇਖੋ, ਇਹਨੂੰ ਤਾਂ ਮੈਂ ਆਪ ਖੁਦ ਹੀ ਸੈਲ ਕੀਤਾ, ਆਪਾਂ ਕਿਸੇ ਨੂੰ ਨਹੀਂ ਵਿੱਚ ਕਿਹਾ ਹੈਗਾ। ਜਿਹੜੇ ਆਪਣੇ ਕੰਟੈਕਟ ਸੀਗੇ ਜਾਂ ਆਪਣੇ ਜਾਣੂ ਸੀਗੇ, ਦੇਖੋ ਉਹਨਾਂ ਨਾਲ ਹੀ ਵਿੱਚ ਹੀ ਮਤਲਬ ਕਿ ਇੰਨੀ ਪਪੂਲੈਰਿਟੀ ਦੀ ਜ਼ਿਆਦਾ ਹੈਗੀ ਆ, ਉਹੀ ਲੋਕ ਮਤਲਬ ਕਿ ਆਪਣੇ ਕੋ ਮਤਲਬ ਕਿ ਉਹਨਾਂ ਨੂੰ ਦਿੱਤੇ ਹੈਗੇ ਵੇਚਣ ਕੀ ਗਏ। ਆਪਾਂ ਟੇਸਟ ਕਰਵਾਇਆ, ਟੇਸਟ ਤੋਂ ਹੀ ਮਤਲਬ ਕਿ ਸਾਡੇ ਵੱਲ
ਮਤਲਬ ਕਿ ਸਾਨੂੰ ਕੰਟੈਕਟਸ ਲੋਕਾਂ ਨੇ ਕਰਨਾ ਸ਼ੁਰੂ ਕਰ ਦਿੱਤਾ, ਉੱਥੋਂ ਹੀ ਆਪਣੇ ਸਾਰੇ ਵਿਕ ਗਏ। ਸਾਨੂੰ ਮਾਰਕੀਟ 'ਚ ਮਤਲਬ ਕਿ ਕੋਈ ਭੱਜ ਦੌੜ ਨਹੀਂ ਕਰਨੀ ਪਈ ਜਾ ਕੇ ਕਿਸੇ ਨੂੰ ਕਿ ਹਾਂ ਜੀ ਸਾਡੇ ਫਰੂਟ ਹੈ ਤੁਸੀਂ ਲੈ ਲਓ। ਵੈਸੇ ਆਮ ਤੌਰ ਤੇ ਬਹੁਤ ਨੌਜਵਾਨ ਸ਼ਰਮ ਮਹਿਸੂਸ ਕਰ ਜਾਂਦੇ ਨੇ ਕਿ ਅਸੀਂ ਆਪਣੀ ਚੀਜ਼ ਨਹੀਂ ਵੇਚਣੀ ਜਾਂ ਰੇਹੜੀ ਨਹੀਂ ਲਾਉਣੀ ਹੈਗੀ। ਸੋ ਇੱਕ ਤੁਸੀਂ ਉਹਨਾਂ ਦਾ ਲੋਕਾਂ ਦੇ ਲਈ, ਉਹਨਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਕੇ ਸਾਹਮਣੇ ਆ ਰਹੇ ਹੋ ਕਿ ਜਿਹੜੇ ਨੌਜਵਾਨ ਇਸ ਚੀਜ਼ 'ਚ ਸ਼ਰਮ ਜਾਂ ਝਿਜਕ ਮਹਿਸੂਸ ਕਰਦੇ ਨੇ ਕਿ ਅਸੀਂ ਰੇਹੜੀਆਂ ਨਹੀਂ ਲਾ ਕੇ ਬੈਠਣਾ, ਅਸੀਂ ਪੜ੍ਹੇ ਲਿਖੇ ਹਾਂ, ਸਾਨੂੰ ਸਾਡੇ ਦੋਸਤ ਕੀ ਕਹਿਣਗੇ, ਇਹ ਸਭ ਚੀਜ਼ਾਂ ਸਭ ਦੇਖਦੇ ਆ। ਹਾਂ, ਇਹ ਚੀਜ਼ਾਂ ਬਹੁਤ ਫੇਸ ਕਰਨੇ ਪੈਂਦੇ ਮੈਡਮ, ਮੇਰੇ ਨਾਲ ਵੀ ਹੋਇਆ। ਦੇਖੋ ਮੈਨੂੰ ਲੋਕ ਪਹਿਲੇ ਤੰਜ ਕੱਸਦੇ ਸੀਗੇ ਕਿ ਇਹ ਕੀ ਹੈ, ਵਿਕਣਾ ਨਹੀਂ ਹੈ, ਕਿੱਥੇ ਵੇਚੋਗੇ। ਮੇਰਾ ਮੰਨਣਾ ਹੈਗਾ ਕਿ ਜੇ ਆਪਾਂ ਬਾਹਰੋਂ ਲੈ ਕੇ ਖਾ ਰਹੇ ਹਾਂ, ਜੇ ਆਪਾਂ ਇੰਪੋਰਟ ਕਰਕੇ ਖਾ ਰਹੇ ਹੈਗੇ ਆ, ਤੇ ਇਹਨੂੰ ਵੇਚਣ 'ਚ ਕਿਵੇਂ ਤੰਗੀ ਹੋਏਗੀ? ਮਤਲਬ ਜੀ ਸ਼ਾਰਟੇਜ ਹੈਗੀ ਹੈ, ਸ਼ਾਰਟੇਜ 'ਚ ਆਪਾਂ ਤਾਂ ਮੰਨਦੇ ਨਹੀਂ ਹੈਗੇ। ਇਹ ਤਾਂ ਮੇਰੇ ਜਿਵੇਂ ਕਿ ਹੁਣ ਮੇਰਾ ਵਿਕਿਆ, ਕੰਮ ਕਰਨ 'ਚ ਕੀ ਸ਼ਰਮ ਹੈਗੀ? ਜੇ ਆਪਾਂ ਕਿਸਾਨ ਹੈਗੇ ਆ ਤਾਂ ਸਾਨੂੰ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ, ਮੇਰਾ ਮੰਨਣਾ ਤਾਂ ਇਹ ਹੈਗਾ। ਇਹਨੂੰ ਆਪਾਂ ਖੁਦ ਵੇਚਣ 'ਚ ਲੋਕ ਤਾਂ ਬਹੁਤ ਕੁਝ ਕਹਿੰਦੇ ਹੈਗੇ ਜੀ। ਜਦੋਂ ਸ਼ੁਰੂਆਤ ਕੀਤੀ ਸੀ ਇਸ ਖੇਤੀ ਦੀ, ਡਰੈਗਨ ਫਰੂਟਸ ਨੂੰ ਉਗਾਉਣਾ ਸੀ, ਉਸ ਦੌਰਾਨ ਘਰਦਿਆਂ ਨੇ ਕਿਹਾ ਕਿ ਚਲੋ ਬੇਟਾ ਤੁਸੀਂ ਆਏ ਹੋ, ਤੁਸੀਂ ਕਰੋ। ਪਰ ਜਿਹੜੇ ਆਂਢੀ ਗੁਆਂਢੀ ਹੁੰਦੇ ਜ਼ਰੂਰ ਕਹਿੰਦੇ ਹੁੰਦੇ ਕਿ ਨਹੀਂ, ਇਹ 'ਚ ਮੁਨਾਫਾ ਨਹੀਂ ਹੋਣਾ, ਘਾਟੇ ਵਾਲਾ ਸੌਦਾ ਆ। ਉਹ ਉਹਨਾਂ ਬਾਰੇ ਕੀ ਸੋਚਦੇ ਹਨ? ਜਦੋਂ ਤੁਸੀਂ ਮੁਨਾਫਾ ਕਮਾਇਆ ਫਿਰ ਕੀ ਸੋਚਣਾ ਸੀ ਉਹਨਾਂ ਦਾ? ਲੋਕ ਤੇ ਮੈਡਮ ਦੇਖੋ, ਜਦ ਆਪਾਂ ਕੋਈ ਨਵੀਂ ਚੀਜ਼ ਕਰਦੇ ਹਾਂ ਤਾਂ ਲੋਕਾਂ ਦਾ ਤਾਂ ਕੰਮ ਹੈਗਾ ਤੰਜ ਕੱਸਣਾ ਜਾਂ ਕੁਝ ਕਹਿਣਾ, ਪਰ ਆਪਾਂ ਨੂੰ ਮੈਂ ਉਹਨਾਂ ਨੂੰ ਉਸ ਚੀਜ਼ ਨੂੰ ਮਾਈਂਡ ਨਹੀਂ ਕੀਤਾ ਹੈਗਾ। ਮੈਂ ਆਪਣੇ ਕੰਮ 'ਚ ਰੁੱਝਿਆ। ਅੱਜ ਤੁਹਾਡਾ ਰਿਜ਼ਲਟ ਤੁਹਾਡੇ ਸਾਹਮਣੇ ਹੈਗਾ, ਤੁਸੀਂ ਖੁਦ ਹੀ ਦੇਖ ਰਹੇ ਹੋਗੇ। ਤੇ ਇਸ ਕਰਕੇ ਮੈਂ ਉਸ 'ਚ ਮਾਈਂਡ ਨਹੀਂ ਕਰਦਾ ਉਹਨਾਂ ਚੀਜ਼ਾਂ ਨੂੰ। ਮਤਲਬ ਕਿ ਉਸ ਤੋਂ ਪ੍ਰੇਰਨਾ ਮਿਲਦੀ ਹੈ ਕਿ ਹਾਂ ਹੁਣ ਇਹਨਾਂ ਨੇ ਕਿਹਾ ਤੇ ਇਹਨਾਂ ਨੂੰ ਕੁਝ ਕਰਕੇ ਦੱਸੀ ਆਪਾਂ, ਉਸ ਚੈਲੰਜ ਨੂੰ ਅਸੈਪਟ ਕਰੋ, ਉਹਦਾ ਰਿਜ਼ਲਟ ਕਰਕੇ ਦਿਓ, ਔਰ ਮੈਂ ਕਰਕੇ ਦਿੱਤਾ ਹੈਗਾ। ਜੀ ਆਮ ਤੌਰ ਤੇ ਕਿਸਾਨ ਝੋਨੇ ਤੇ ਕਣਕ ਦੀ ਫਸਲ ਵਿੱਚ ਹੀ ਉਲਝੇ ਰਹਿੰਦੇ ਨੇ। ਹਾਲਾਂਕਿ ਸਰਕਾਰ ਵੀ ਕਹਿੰਦੀ ਕਿ ਥੋੜਾ ਜਿਹਾ ਇਸ ਤੋਂ ਹਟ ਕੇ ਖੇਤੀ ਕਰੋ। ਬਾਗਬਾਨੀ ਵਾਲੇ ਜਾਂ ਖੇਤੀਬਾੜੀ ਮਹਿਕਮਾ ਇਹ ਸਾਰੇ ਹੀ ਆਖਦੇ ਹੁੰਦੇ ਆ ਕਿ ਥੋੜੀ ਹਟ ਕੇ ਖੇਤੀ ਕਰੋ ਤਾਂ ਜੋ ਕਮੇਟੀ ਨੂੰ ਵੀ ਉਪਜਾਊ ਸ਼ਕਤੀ ਮਿਲ ਜੇ। ਦੂਸਰਾ ਕਿ ਤੁਹਾਨੂੰ ਜਿਹੜਾ ਮੁਨਾਫਾ, ਜਿੱਦਾਂ ਆਪਾਂ ਆਮ ਤੌਰ ਤੇ ਕਹਿੰਦੇ ਘਾਟਾ ਪੈ ਜਾਂਦਾ ਸਾਨੂੰ ਫਸਲ ਬੀਜਣ ਦੇ ਵਿੱਚ, ਤਾਂ ਉਹਨਾਂ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਵਾਕਈ ਅਸੀਂ ਜੇਕਰ ਚੇਂਜ ਕੁਝ ਬਦਲਾਅ ਕਰਕੇ ਲੈ ਕੇ ਆਈਏ ਤਾਂ ਇਹਦੇ ਵਿੱਚ ਮੁਨਾਫਾ ਵਾਕਈ ਹੁੰਦਾ ਆ? ਬਿਲਕੁਲ ਚੇਂਜ 'ਚ ਮੁਨਾਫਾ ਤਾਂ ਹੈਗਾ ਮੈਡਮ। ਦੇਖੋ ਤੁਸੀਂ ਹੁਣ ਜਿਵੇਂ ਕਿ ਮੈਂ ਆਪ ਦੀ ਹੀ ਗੱਲ ਕਰਦਾ ਕਿ ਮੈਂ 15 ਸਾਲ ਮਿੱਟੀ ਤੋਂ ਦੂਰ ਰਿਹਾ ਹੈਗਾ, ਤੇ ਕਰਨ 'ਚ ਕੀ ਮੈਂ ਕੀਤਾ ਹੈਗਾ। ਤੇ ਜੇ ਕਿਸਾਨ ਜਿਹੜੇ ਕਿ ਅੱਜ ਤੋਂ ਕਾਫੀ ਦੇਰ ਪਹਿਲਾਂ ਹੀ ਇਹ ਚੀਜ਼ਾਂ ਕਰ ਰਹੇ ਨੇ, ਮੀਨਸ ਫਸਲੀ ਚੱਕਰ 'ਚ ਫਸੇ ਹੋਏ ਨੇ, ਤਾਂ ਮੇਰਾ ਇਹ ਕਹਿਣਾ ਹੈ ਕਿ ਥੋੜ੍ਹੇ ਜਿਹੇ ਮਤਲਬ ਕਿ ਥੋੜਾ ਜਿਹਾ ਪਾਰਟ ਸਾਨੂੰ ਬਾਗਬਾਨੀ 'ਚ ਜਾਂ ਮੀਨਸ ਸਬਜ਼ੀਆਂ 'ਚ ਆਉਣਾ ਚਾਹੀਦਾ, ਜਿਹਦੇ ਨਾਲ ਕਿ ਥੋੜੀ ਜਿਹੀ ਕਿਸਾਨ ਦੀ ਜਿਹੜੀ ਆਪਣੀ ਇਨਕਮ ਹੈਗੀ ਹੈ, ਜੇ ਸਾਨੂੰ ਉਧਰ ਨੁਕਸਾਨ ਹੁੰਦਾ ਹੈ ਤਾਂ ਥੋੜਾ ਸਾਨੂੰ ਇੱਧਰ ਫਾਇਦਾ ਹੋਏ। ਕਿਉਂਕਿ ਨੈਚੁਰਲੀ ਅਗਰ ਸਪੋਜ਼ ਕਰ ਲਓ 10 ਏਕੜ 'ਚ ਸਾਡੇ ਕੋਲ ਜ਼ਮੀਨ ਹੈਗੀ ਹੈ, ਆਪਾਂ 10 ਏਕੜ 'ਚ ਹੀ ਕਣਕ 'ਚ ਝੋਨਾ ਲਗਾਉਂਦੇ ਹਾਂ, ਲਾਸਟ ਈਅਰ ਬਾਰਿਸ਼ ਜ਼ਿਆਦਾ ਹੋ ਗਈ, ਕਣਕ ਖਰਾਬ ਹੋ ਗਈ, ਕਿਸਾਨ ਦਾ ਨੁਕਸਾਨ ਗਿਆ, 6 ਮਹੀਨੇ ਗਿਆ। ਤੇ ਜੇ ਆਪਾਂ ਸਾਡੇ ਕੋਲ ਫਰੂਟ ਹੁੰਦਾ ਜਾਂ ਸਬਜ਼ੀ ਹੁੰਦਾ, ਉਹਦੇ ਕੋਲ ਕੁਝ ਇਨਕਮ ਤਾਂ ਆਉਂਦੀ, ਮਤਲਬ ਥੋੜਾ ਸੇਫ ਤਾਂ ਹੁੰਦਾ। ਇਸੇ ਕਰਕੇ ਹੀ ਕਿਸਾਨ ਫਸਲੀ ਰਵਾਇਤੀ ਚੱਕਰ 'ਚ ਡੁੱਬ ਰਿਹਾ ਗਿਆ। ਤੇ ਜੇ ਉਹਦੇ 'ਚੋਂ ਬਾਹਰ ਆਉਣਾ ਤੇ ਸਾਨੂੰ ਮਲਟੀ ਕ੍ਰੌਪ ਟਾਈਪ ਚੀਜ਼ਾਂ 'ਚ ਹੀ ਜਾਣਾ ਪਏਗਾ। ਡਿਫਰੈਂਟ ਚੀਜ਼ਾਂ 'ਚ ਆਪਾਂ ਜਾਵਾਂਗੇ ਤਾਂ ਸਾਡੇ ਲਈ ਬੈਨੀਫਿਟ ਰਹੇਗਾ ਉਸ ਚੀਜ਼ ਦਾ। ਆਪਾਂ ਉਸ ਚੀਜ਼ 'ਚ ਦੱਬਾਂਗੇ ਨਹੀਂ। ਮਿਹਨਤ ਤਾਂ ਕਹਿੰਦੇ ਵੈਸੇ ਹਰ ਚੀਜ਼ ਤੇ ਲੱਗਦੀ ਹੈ। ਜੇਕਰ ਇਸ ਦੀ ਗੱਲ ਕਰ ਲਈਏ, ਮਿਹਨਤ ਇੱਥੇ ਬਹੁਤ ਹੈ, ਕਿਉਂਕਿ ਪਹਿਲਾਂ ਤੁਸੀਂ ਪਿੱਲਰ ਬਣਾਏ ਨੇ, ਸੀਮੈਂਟ ਲਿਆਂਦਾ, ਸਰੀਆ ਲਿਆਂਦਾ, ਉਹਨੂੰ ਗੱਡਿਆ, ਫਿਰ ਉਸ ਤੋਂ ਬਾਅਦ ਇਹਨੂੰ ਸੁੱਕਣ ਤੇ ਵੀ ਟਾਈਮ ਲੱਗਾ, ਫਿਰ ਪਹਿਲਾਂ ਰੁੱਖ ਬਾਅਦ ਵਿੱਚ ਲਗਾਏ ਗਏ ਸੀਗੇ? ਨਹੀਂ ਮੈਡਮ, ਇਹਦੀ ਜਿਹੜੇ ਪਲਾਂਟਸ ਹੈ ਇਹ ਮਤਲਬ ਮੀਨਸ ਮੈਂ ਆਪਣੇ ਇੱਥੇ ਹੀ ਆਪਣੇ ਗੁਜਰਾਤ 'ਚੋਂ ਲਿਆਂਦੇ ਸੀਗੇ ਮੈਂ, ਠੀਕ ਹੈ, ਲਿਆ ਕੇ ਮੇਰੇ ਪਲਾਂਟਸ ਲੱਗੇ ਹੋਏ ਸੀਗੇ। ਸਰ ਨੇ ਪਹਿਲੇ ਤਾਂ ਆਪਾਂ ਪਿੱਲਰ ਫਿਕਸ ਕੀਤਾ ਹੈਗਾ, ਪਿੱਲਰ ਫਿਕਸ ਕਰਨ ਤੋਂ ਬਾਅਦ ਹੀ ਆਪਾਂ ਪਲਾਂਟਸ ਲਾਏ ਆ ਇਹਦੇ 'ਤੇ। ਪਲਾਂਟਸ ਆਪਾਂ 4 ਨੁਕਰਾਂ ਦੇ ਇੱਕ ਪਲਾਂਟਸ ਲੱਗੇ ਹੋਣੇ, ਜਿਹੜੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹਦੇ 'ਚ, ਤੇ ਪਲਾਂਟਸ ਲੱਗੇ ਹੋਏ ਆ। ਪਹਿਲੇ ਪਿੱਲਰ ਲੱਗੂਗਾ, ਫਿਰ ਆਪਣਾ ਪਲਾਂਟਸ ਲੱਗਣਗੇ, ਦੈਨ ਆਪਣਾ ਜਿਹੜਾ ਟੌਪ ਵਾਲਾ ਇਹ ਹੈਗਾ, ਇਹ ਆਪਾਂ ਫਿਕਸ ਕਰਦੇ ਹੈਗੇ। ਜਿਸ ਟਾਈਮ ਸਾਡਾ ਇਹ ਉੱਪਰ ਆ ਜਾਂਦਾ, ਮੀਨਸ ਪਲਾਂਟਸ ਵੱਡੇ ਹੋਣਾ ਸ਼ੁਰੂ ਹੋ ਜਾਂਦਾ, ਤੇ ਆਪਣਾ ਟੌਪ ਵਾਲਾ ਜਿਹੜਾ ਆਪਾਂ ਫਿਕਸ ਕਰ ਦਿੰਦੇ ਆ, ਇਹਦੇ ਨਾਲ ਲੋਕ ਹੋ ਜਾਂਦਾ ਜੀ। ਕਿੰਨੀ ਉਮਰ ਦੇ ਵਿੱਚ ਇਹਨੂੰ ਫਰੂਟ ਲੱਗਣੇ ਸ਼ੁਰੂ ਹੋ ਜਾਂਦੇ ਆ? ਮੈਡਮ ਮੇਰੇ ਤੇ ਜਿਹੜਾ ਜਿੱਥੇ ਆਪਾਂ ਖੜੇ ਹੈਗੇ ਆ, ਇਹਦੇ ਵਿੱਚ ਤੇ ਆਪਣਾ 1 ਸਾਲ ਤੋਂ ਬਾਅਦ ਹੀ ਫਰੂਟ ਆਉਣਾ ਸ਼ੁਰੂ ਹੋ ਗਿਆ। ਉਹਦਾ ਕਾਰਨ ਵੀ ਸੀਗਾ, ਦੇਖੋ ਕਈ ਕਹਿੰਦੇ ਹੈਗੇ ਕਿ 1 ਸਾਲ ਤੋਂ ਬਾਅਦ ਨਹੀਂ ਆਉਂਦਾ। ਅਗਰ ਆਪਾਂ ਇਸ ਨੂੰ ਮੀਨਸ ਲਗਾਉਂਦੇ ਹਾਂ ਜਿਹੜਾ ਪੌਦਾ, ਉਹ ਆਪਾਂ ਮਾਰਚ ਜਾਂ ਲਾਸਟ ਫੈਬਰਰੀ ਜਾਂ ਮਾਰਚ ਵਿੱਚ ਲਗਾਉਂਦੇ ਹੈਗੇ, ਤਾਂ ਆਪਾਂ 1 ਸਾਲ ਤੋਂ ਬਾਅਦ ਇਹਦੇ ਹੱਕਦਾਰ ਹੋ ਜਾਂਦੇ ਆ। ਜੇ ਆਪਾਂ ਮਈ ਜੂਨ 'ਚ ਮਤਲਬ ਕਿ ਗਾਂ ਜਾਂਦੇ ਨੇ, ਤਾਂ ਫਿਰ ਫਸਟ ਟਾਈਮ 'ਚ ਫਰੂਟ ਜਿਹੜਾ ਸਾਡਾ ਬਹੁਤ ਘੱਟ ਆਉਂਦਾ। ਜਿਵੇਂ ਕਿ ਮੇਰਾ ਫਰੂਟ ਆਇਆ, ਉਹਦਾ ਇੱਕ ਰੀਜ਼ਨ ਸੀਗਾ ਕਿ ਮੈਂ ਇਹਨੂੰ ਆਪਣੇ ਮਾਰਚ ਵਿੱਚ ਹੀ ਲਗਾਇਆ ਸੀ, ਉਹਦੇ ਕਾਰਨ ਮੈਨੂੰ ਪਹਿਲੇ ਸਾਲ ਹੀ ਫਰੂਟ ਮਿਲ ਗਿਆ। ਜਿਨ੍ਹਾਂ ਲੋਕਾਂ ਨੇ ਮਈ 'ਚ ਲਗਾਇਆ ਉਹਨਾਂ ਨੂੰ ਫਰੂਟ ਨਹੀਂ ਮਿਲਿਆ, ਮੀਨਸ ਜਿਹੜਾ ਉਹ ਟੈਨੂਅਰ ਨਿਕਲ ਗਿਆ ਅੱਗੇ,
ਤੇ ਉਹਦੇ ਕਾਰਨ ਉਹਨਾਂ ਨੂੰ ਇਸ ਚੀਜ਼ ਦਾ ਲਾਸ ਹੋਇਆ ਔਰ ਮੈਨੂੰ ਉਸ ਚੀਜ਼ ਦਾ ਬੈਨੀਫਿਟ ਹੋਇਆ। ਕਿੰਨੇ ਬੰਦੇ ਇਹਨੂੰ ਕੰਮ ਨੂੰ ਕਰ ਸਕਦੇ ਜਾਂ ਇਕੱਲਾ ਕਰ ਸਕਦੇ ਜਾਂ ਇਹਦੇ ਲਈ ਕੋਈ ਕਾਮਿਆਂ ਦੀ ਹੋਰ ਲੋੜ ਹੁੰਦੀ ਹੈ? ਦੇਖੋ ਕਾਮਿਆਂ ਦੀ ਛੋਟਾ ਕੰਮ ਤੇ ਹੁੰਦਾ ਹੈਗਾ, ਕਾਮਿਆਂ ਦੀ ਜ਼ਰੂਰਤ ਹੁੰਦੀ ਹੈਗੀ ਆ। ਕਾਮੇ ਅਗਰ ਤੁਸੀਂ ਤੁਹਾਡੇ ਕੋਲ ਡੇਲੀ ਕੋਈ ਇੱਕ ਬੰਦਾ ਤੁਹਾਡੇ ਫਾਰਮ 'ਚ ਕੰਮ ਕਰਦਾ ਤੇ ਫਿਰ ਤੁਹਾਨੂੰ ਜ਼ਿਆਦਾ ਕਾਮਿਆਂ ਦੀ ਜ਼ਰੂਰਤ ਨਹੀਂ ਹੈਗੀ, ਇੱਕ ਬੰਦਾ ਹੀ ਸਫੀਸ਼ੀਐਂਟ ਹੈਗਾ। ਤੇ ਜੇ ਤੁਸੀਂ ਤੁਹਾਡੇ ਕੋਲ ਇੱਕ ਬੰਦਾ ਨਹੀਂ ਹੈਗਾ, ਤੁਸੀਂ ਮੰਥਲੀ ਬੇਸਿਸ ਤੇ ਕਰਵਾਉਣਾ, ਮਹੀਨੇ 'ਚ 2-3 ਵਾਰੀ ਬੰਦੇ 2-3 ਬੰਦੇ ਹੋਣ ਤੇ ਸਫੀਸ਼ੀਐਂਟ ਹੈ। ਮੇਨਲੀ ਕੀ ਹੁੰਦਾ ਕਿ ਤੁਹਾਨੂੰ ਇਹਦੇ 'ਚ ਘਾਸ ਫੂਸ ਜ਼ਿਆਦਾ ਹੁੰਦਾ, ਉਹਦਾ ਥੋੜਾ ਧਿਆਨ ਰੱਖਣਾ ਪੈਂਦਾ, ਉਹਦੀ ਸਾਫ਼ ਸਫਾਈ ਹੈ। ਬਾਕੀ ਇਹਨੂੰ ਕੋਈ ਜ਼ਿਆਦਾ ਬਿਮਾਰੀਆਂ ਨਹੀਂ ਆਉਂਦੀਆਂ ਹੈਗੀਆਂ, ਠੀਕ ਹੈ। ਸਰਦੀਆਂ 'ਚ ਹਾਂ ਫੰਗਸ ਦੀ ਥੋੜੀ ਪ੍ਰੋਬਲਮ ਆਉਂਦੀ ਹੈਗੀ ਆ, ਉਹਦੇ ਲਈ ਤੁਸੀਂ ਅਗਰ ਆਰਗੈਨਿਕ ਕਰਦੇ ਹੋ, ਜਿਵੇਂ ਕਿ ਮੇਰੀ ਕੋਸ਼ਿਸ਼ ਹੁੰਦੀ ਹੈਗੀ ਹੈ ਕਿ ਇਹਨੂੰ ਆਰਗੈਨਿਕ 'ਚ ਰੱਖਿਆ ਜਾਏ ਔਰ ਮੈਂ ਕੋਸ਼ਿਸ਼ ਵੀ ਕਰਦਾ ਹੈਗਾ ਕਿ ਮੈਂ ਇਹਨੂੰ ਉਹੀ ਕਰਾਂ। ਤਾਂ ਆਪਾਂ ਆਰਗੈਨਿਕ ਤਰੀਕੇ ਨਾਲ ਕਰਦੇ ਹਾਂ। ਕੁਝ ਲੋਕ ਜਿਹੜੇ ਆਪਣੇ ਉਹਦੇ ਕੈਮੀਕਲ ਖੇਤੀ ਕਰਦੇ ਆ, ਉਹ ਕੈਮੀਕਲ ਤਰੀਕੇ ਨਾਲ ਇੱਥੇ ਸਪਰੇਜ਼ ਵਗੈਰਾ ਕਰਦੇ ਆ। ਜੀ, ਤੇ ਹੁਣ ਤੁਸੀਂ ਜਿੱਦਾਂ ਡਰੈਗਨ ਫਰੂਟਸ ਵੀ ਕਰ ਰਹੇ ਹੋ, ਅਸੀਂ ਨਾਲ ਦੇਖ ਰਹੇ ਕਿ ਪਪੀਤੇ ਵੀ ਪਿੱਛੇ ਲੱਗੇ ਹੋਏ ਨੇ, ਸੋ ਪਪੀਤੇ ਵੀ ਤੁਸੀਂ ਲਗਾਏ ਨੇ, ਨਾਲ ਹਲਦੀ ਦੀ ਫਸਲ ਵੀ ਅਸੀਂ ਪਿੱਛੇ ਦੇਖ ਰਹੇ ਸੀ, ਉਹ ਵੀ ਆ। ਤੇ ਫਿਰ ਇਹ ਨਾਲ ਕਨਸੈਪਟ ਕਿੱਦਾਂ ਆ ਕਿ ਹੁਣ ਨਾਲ ਪਪੀਤੇ ਦੀ ਖੇਤੀ ਵੀ ਕਰਨੀ ਆ? ਦੇਖੋ ਮੈਡਮ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈਗਾ ਕਿ ਮੈਂ ਪਪੀਤਾ ਜੀ ਇਹ ਡਰੈਗਨ ਤਾਂ ਆਪਾਂ ਲਿਆ ਹੀ ਲਿਆ। ਸੈਕੰਡਰੀ ਆਪਣਾ ਸੀਗਾ ਕਿ ਆਪਣੀ ਇਨਕਮ ਵਧਾਉਣੀ ਹੈਗੀ ਹੈ, ਕਿਉਂਕਿ ਉਹ ਬੜਾ ਇੱਕ ਚੈਲੰਜਿੰਗ ਸੀਗਾ ਕਿ ਇਨਕਮ ਕਿਵੇਂ ਵਧਾਈ ਜਾਏ। ਇਹ ਤਾਂ ਕਨਸੈਪਟ ਹੈਗਾ ਸੀ, ਇਹ ਤੋਂ ਆਪਾਂ ਇਨਕਮ ਲੈਣੀ ਆ। ਇੱਕ ਮਨ 'ਚ ਆਈਡੀਆ ਸੀਗਾ ਜਿਹੜੀ ਖਾਲੀ ਜਗ੍ਹਾ ਪਈ ਹੈ ਉਹਦੇ 'ਚ ਕੁਝ ਲਗਾਇਆ ਜਾਏ। ਫਿਰ ਮੈਂ ਥੋੜ੍ਹਾ ਜਿਹਾ ਇਹਨੂੰ ਪਪਾਇਆ ਨੂੰ ਆਪਣਾ ਪਪੀਤੇ ਨੂੰ ਥੋੜ੍ਹਾ ਸਟੱਡੀ ਕੀਤਾ ਤੇ ਪਪੀਤਾ ਸਟਾਰਟ ਕਰਵਾਇਆ। ਦੂਸਰਾ ਮੈਂ ਆਪਣੇ ਕੁਝ ਆਪਣੇ ਜਿਹੜੇ ਕੁਲੀਗ ਸੀਗੇ ਉਹਨਾਂ ਤੋਂ ਕਿਹਾ, ਉਹਨਾਂ ਦਾ ਕਹਿਣਾ ਸੀਗਾ ਕਿ ਪਪੀਤਾ ਨਹੀਂ ਸਾਡੇ ਏਰੀਆ 'ਚ ਸਕਸੈਸ ਨਹੀਂ ਹੁੰਦਾ ਹੈਗਾ। ਤੇ ਮੇਰੀ ਕੋਸ਼ਿਸ਼ ਸੀਗੀ ਵੀ ਨਹੀਂ ਹੋਣ ਦਾ ਕੀ ਰੀਜ਼ਨ ਹੈਗਾ, ਤੇ ਮੈਂ ਤੁਹਾਡੇ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਲਗਾਇਆ ਔਰ ਬੜਾ ਫਸਟ ਕਲਾਸ ਚੱਲ ਰਿਹਾ ਹੈਗਾ। ਵੈਸੇ ਇੱਕ ਪੌਦੇ ਨੂੰ ਕਾਫੀ ਪਪੀਤੇ ਲੱਗ ਜਾਂਦੇ ਨੇ, 20 ਤੋਂ ਵੀ ਜ਼ਿਆਦਾ ਆਈ ਥਿੰਕ ਹੋਣਗੇ, ਹਨਾ? ਬਹੁਤ ਜ਼ਿਆਦਾ 20 ਤੋਂ ਵੀ ਜ਼ਿਆਦਾ ਫਰੂਟਸ ਨੇ ਜਿਹੜੇ ਇੱਥੇ ਲੱਗੇ ਹੋਏ ਨੇ, ਹਨਾ? ਸੋ ਇੱਕ ਰੁੱਖ ਨੂੰ ਅਸੀਂ ਇੰਨੇ ਸਾਰੇ ਪਪੀਤੇ ਜਦੋਂ ਤੋੜਾਂਗੇ ਐਂਡ ਜਦੋਂ ਵੇਚਣ ਜਾਵਾਂਗੇ ਤੇ ਬਹੁਤ ਸਾਰਾ ਜਿਹੜਾ ਕਮਾਈ ਦਾ ਸਾਧਨ ਸਾਡੇ ਲਈ ਕਿ ਖੇਤੀ ਹੋ ਸਕਦੀ, ਕਿਉਂਕਿ ਇੱਕ ਪਪੀਤਾ ਜਿਸ ਕਿ ਅਸੀਂ 70 ਰੁਪਏ ਦੇ ਵਿੱਚ ਵੀ ਵੇਚ ਰਹੇ ਹਾਂ, 150 ਰੁਪਏ 'ਚ ਵੀ ਵੇਚ ਰਹੇ ਹਾਂ, ਕਿਉਂਕਿ ਰੇਟ ਜਿਹੜੇ ਨੇ ਹਾਈ ਹੋ ਜਾਂਦੇ ਨੇ ਸਮੇਂ ਦੇ ਬਦਲਾਅ ਦੇ ਅਨੁਸਾਰ ਹੀ, ਹਨਾ? ਸੋ ਇੱਕ ਪਪੀਤਾ ਅਸੀਂ ਨਾ ਵੇਚਾਂਗੇ ਤਾਂ ਬਹੁਤ ਜ਼ਿਆਦਾ ਤੁਹਾਨੂੰ ਮੁਨਾਫਾ। ਇਹ ਪਹਿਲੀ ਵਾਰ ਹੋਇਆ ਜਾਂ ਇਸ ਤੋਂ ਪਹਿਲਾਂ ਵੇਚ ਚੁੱਕੇ ਹੋ ਤੁਸੀਂ? ਨਹੀਂ, ਮੈਂ ਵੇਚਿਆ ਨਹੀਂ ਹੈਗਾ ਮੈਡਮ, ਵੇਚੂਗੇ ਆਪਾਂ ਤੈਨੂੰ ਵੇਚੂਗੇ ਤੇ ਬਾਕੀ ਫਾਇਦਾ ਤਾਂ ਹੈ ਹੀ ਹੈ। ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ, ਮੇਰੇ ਖਿਆਲ 'ਚ ਤੇ ਮੈਨੂੰ ਤੇ ਕੋਈ 50 ਦੇ ਕਰੀਬ ਦਿਸ ਹੀ ਰਹੇ ਹੈਗੇ ਆ। ਕੁਝ ਵੱਡੇ ਹੈਗੇ, ਕੁਝ ਛੋਟੇ, ਮੀਨਸ ਟਾਈਮ ਨਾਲ ਮੈਚੁਰ ਹੋ ਜਾਣਗੇ। ਤੇ ਬਹੁਤ ਵਧੀਆ ਦੇਖਣ 'ਚ ਤੁਸੀਂ ਦੇਖ ਹੀ ਰਹੇ ਹੋ, ਮੀਨਸ ਵਧੀਆ ਰਿਜ਼ਲਟ ਮਿਲਿਆ ਹੈਗਾ ਪਪਾਇਆ ਦਾ ਵੀ ਮੈਨੂੰ। ਹਲਦੀ ਦੀ ਗੱਲ ਕਰੀਏ ਤਾਂ ਹਲਦੀ ਨੂੰ ਤੁਸੀਂ ਕਿਉਂ ਚੁਣਿਆ ਕਿ ਹੁਣ ਫਿਰ ਹਲਦੀ ਵੀ ਲਗਾਉਣੀ ਚਾਹੀਦੀ ਹੈ ਨਾਲ? ਜੀ, ਹਲਦੀ ਲਈ ਮੈਡਮ ਤੁਸੀਂ ਜਿਵੇਂ ਕਿ ਆਪਾਂ ਪਹਿਲੇ ਵੀ ਗੱਲ ਕੀਤੀ ਆ ਕਿ ਰਵਾਇਤੀ ਫਸਲਾਂ ਤੋਂ ਹਟ ਕੇ ਜਿਵੇਂ ਕਿ ਹਲਦੀ ਲਗਾਈ ਹੋਈ ਆ, ਉਹ ਵੀ ਇੱਕ ਇਨਕਮ ਦਾ ਸੋਰਸ, ਵਧੀਆ ਸੋਰਸ ਹੈਗਾ। ਇਹਨੂੰ ਵੀ ਆਪਾਂ ਲਗਾਇਆ, ਮੈਂ ਲਾਸਟ ਈਅਰ ਲਗਾਇਆ ਸੀ, ਹੁਣ ਵੀ ਲਗਾਇਆ ਹੋਇਆ। ਇਹ ਵੀ ਕੈਸ਼ ਕ੍ਰੌਪ ਹੈਗੀ ਹੈ ਕਿਸਾਨ ਦੀ, ਜਿਹਨੂੰ ਕਿ ਬਿਮਾਰੀਆਂ ਬਹੁਤ ਘੱਟ ਆਉਂਦੀਆਂ, ਬਿਮਾਰੀ ਬਹੁਤ ਘੱਟ ਹੈ। ਔਰ ਇਹਨੂੰ ਆਪਾਂ ਇਹਦੇ ਵਿੱਚ ਵੀ ਸੇਮ ਆਪਾਂ ਇਹਨੂੰ ਮੈਂ ਕਿਸੇ ਮਾਰਕੀਟ 'ਚ ਨਹੀਂ ਵੇਚ ਰਿਹਾ ਹੈਗਾ, ਇਹਨੂੰ ਵੀ ਮੈਂ ਖੁਦ ਹੀ ਵੇਚ ਰਿਹਾ ਹੈਗਾ, ਖੁਦ ਹੀ ਪ੍ਰੋਸੈਸ ਕਰਕੇ ਇਹਨੂੰ ਆਪਾਂ ਖੁਦ ਵੇਚ ਰਹੇ ਹੈਗੇ ਆ। ਇਹ ਕਿੰਨੀ ਰਕਬੇ 'ਚ ਲਗਾਈ ਗਈ ਹੈ? ਇਹ ਤੇ ਮੇਰੇ ਕੋਲ ਇਸ ਟਾਈਮ ਜ਼ਿਆਦਾ ਨਹੀਂ ਹੈਗਾ, ਜਿਹੜਾ ਇਹ ਤੁਸੀਂ ਇਹ ਦੇਖ ਰਹੇ ਹੋਗੇ ਇਹ ਕੋਈ 5 ਕਨਾਲ ਹੈਗਾ ਰਕਬਾ, ਇਹ 5 ਕਨਾਲ ਰਕਬਾ ਹੈਗਾ। ਤੇ ਮੈਂ ਇਹਨੂੰ ਸਾਰਾ ਖੁਦ ਹੀ ਪ੍ਰੋਸੈਸ ਕਰਕੇ ਖੁਦ ਹੀ ਵੇਚੀ ਜਾਏਗਾ। ਸੋ ਬਿਲਕੁਲ ਜੀ, ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾਈਆਂ ਸੀ ਡਰੈਗਨ ਫਰੂਟਸ ਦੀਆਂ, ਫਿਰ ਪਪੀਤੇ ਦੀ ਖੇਤੀ ਵੀ ਹੋ ਰਹੀ ਹੈ। ਇਸ ਦੇ ਨਾਲ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਹਲਦੀ ਦੀ ਖੇਤੀ ਦੀ। ਸੋ ਹਲਦੀ ਹਰ ਘਰ ਦੇ ਵਿੱਚ ਹੀ ਅਸੀਂ ਯੂਜ਼ ਕਰਦੇ ਹਾਂ ਕਿ ਸਬਜ਼ੀਆਂ 'ਚ ਪੈਂਦੀ ਆ, ਐਂਡ ਜਦੋਂ ਕਿਤੇ ਹੱਡੀ ਨੂੰ ਚੋਟ ਆਉਂਦੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਹਲਦੀ ਨੂੰ ਪ੍ਰੈਫਰ ਕਰਦੇ ਹਾਂ ਕਿ ਇਹ ਬਹੁਤ ਹੀ ਗੁਣਵੱਤਾ ਨਾਲ ਭਰਪੂਰ ਹੈ ਹਲਦੀ। ਸੋ ਜੇਕਰ ਹਲਦੀ ਦੀ ਹੁਣ ਗੱਲ ਕਰੀਏ ਤਾਂ ਇਹਨੂੰ ਕਿੰਨਾ ਸਮਾਂ ਲੱਗਦਾ ਬਣਨ ਦੇ ਵਿੱਚ? ਇਹ ਆਪਣਾ ਲੱਗਦਾ ਹੈਗਾ ਜੀ ਅਪ੍ਰੈਲ ਮਈ 'ਚ, ਕੁਝ ਲੋਕ ਮਾਰਚ ਵੀ ਕਰਦੇ ਹੈਗੇ, ਲੇਕਿਨ ਮੇਨਲੀ ਜਿਹੜੀ ਸਾਨੂੰ ਯੂਨੀਵਰਸਿਟੀ ਰਿਕਮੈਂਡ ਕਰਦੀ ਹੈਗੀ ਆ ਉਹ ਅਪ੍ਰੈਲ ਔਰ ਮਈ 'ਚ ਹੀ ਕਰਦੀ ਹੈਗੀ ਹੈ। ਅਪ੍ਰੈਲ ਮਈ 'ਚ ਇਹਨੂੰ ਆਪਾਂ ਬੀਜਦੇ ਹੈਗੇ ਆ। ਅਪ੍ਰੈਲ ਮਈ ਤੋਂ ਬਾਅਦ ਇੱਕ ਸਾਲ ਦੀ ਇੱਕ ਫਸਲ ਹੈਗੀ ਆ, ਦਸੰਬਰ ਤੋਂ ਜਨਵਰੀ 'ਚ ਪੁੱਟਣ ਯੋਗ ਸਾਡੇ ਹੋ ਜਾਂਦੀ ਆ, ਤੇ ਦਸੰਬਰ ਜਨਵਰੀ 'ਚ ਆਪਾਂ ਇਹਨੂੰ
ਪੁੱਟ ਲੈਂਦੇ ਹੈਗੇ। ਸੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਲਾਸਾਂ ਵੀ ਲਗਾਈਆਂ ਨੇ ਇਹਦੀ ਅਲੱਗ-ਅਲੱਗ ਥਾਵਾਂ ਜਾ ਕੇ ਪਹਿਲਾਂ ਪੜ੍ਹਾਈ ਵੀ ਕਰਕੇ ਆਏ ਹੋ, ਉਹਦੇ ਲਈ ਕਿੰਨਾ ਕੁ ਸਮਾਂ ਤੁਹਾਨੂੰ ਲੱਗਾ ਕਿ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਹਰ ਕਿਸਾਨ ਨੂੰ ਪਹਿਲਾਂ ਇਸ ਬਾਰੇ ਸਮਝਣਾ ਦੀ ਜਾਂ ਇਹਦੀ ਸਿੱਖਿਆ ਲੈਣ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਜੀ ਬਿਲਕੁਲ, ਕੋਈ ਵੀ ਚੀਜ਼ ਹੈ ਕਿ ਮੇਰਾ ਤਾਂ ਮੰਨਣਾ ਹੈਗਾ ਜਿਵੇਂ ਕਿ ਆਪਾਂ ਜੋਬ ਵੀ ਕਰਦੇ ਹੈਗੇ, ਜਦ ਤੱਕ ਸਾਨੂੰ ਉਸ ਚੀਜ਼ ਦਾ ਨੌਲੇਜ ਨਹੀਂ ਹੋਏਗਾ ਉਹਨੂੰ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਜਿਵੇਂ ਕਿ ਮੈਂ ਪਹਿਲੇ ਵੀ ਆਪਾਂ ਪ੍ਰਾਈਵੇਟ ਸੈਕਟਰ 'ਚ ਕਰਕੇ ਆਏ ਹਾਂ, ਤੇ ਜਦ ਤੱਕ ਸਾਨੂੰ ਨੌਲੇਜ ਨਹੀਂ ਹੈਗਾ ਤਦ ਤੱਕ ਸਾਨੂੰ ਉਸ ਚੀਜ਼ ਤੇ ਕਰਨਾ ਕੋਈ ਫਾਇਦੇਮੰਦ ਨਹੀਂ ਹੈ। ਜਿਵੇਂ ਕਿ ਹੁਣ ਆਪਾਂ ਹਲਦੀ ਕੀਤੀ ਹੈ, ਇਹਨੂੰ ਆਪਾਂ ਡੀਪਲੀ ਸਟੱਡੀ ਕੀਤਾ ਹੈ, ਮਤਲਬ ਕਿ ਤੋਂ ਆਪਾਂ ਪ੍ਰੋਡਕਸ਼ਨ ਕਿੰਨੀ ਲੈ ਸਕਦੇ ਹਾਂ, ਕਦੋਂ ਲੱਗਦਾ ਹੈਗਾ, ਕਿਹੜਾ ਬੀਜ ਹੈਗਾ, ਸਾਡਾ ਕਲਾਈਮੇਟ ਕਿੱਦਾਂ ਦਾ ਹੈਗਾ, ਸਾਡੀ ਜਿਹੜੀ ਜ਼ਮੀਨ ਹੈਗੀ ਹੈ ਉਹ ਉਸ ਦੇ ਲਾਇਕ ਹੈਗੀ ਹੈ, ਇਹ ਸਾਰੀ ਚੀਜ਼ਾਂ ਦਾ ਧਿਆਨ ਰੱਖ ਕੇ ਹੀ ਚੀਜ਼ ਲਗਾਉਣੀ ਚਾਹੀਦੀ ਹੈਗੀ ਹੈ। ਨਾ ਕਿ ਮਤਲਬ ਕਿ ਆਪਾਂ ਕਿਸੇ ਨੇ ਉਹਨ ਲਗਾਈਏ ਤਾਂ ਆਪਾਂ ਵੀ ਲਗਾਈਏ। ਮੇਰਾ ਤਾਂ ਇਹ ਮੰਨਣਾ ਹੈਗਾ ਪਹਿਲੇ ਆਪਾਂ ਥੋੜੇ ਰਕਬੇ ਤੋਂ, ਜਿਵੇਂ ਕਿ ਮੈਂ ਖੁਦ ਹੀ ਕਹਿ ਰਿਹਾ ਹੈਗਾ, ਮੈਂ ਡਰੈਗਨ ਥੋੜੇ ਤੋਂ ਟਰਾਈ ਕੀਤਾ, ਪਪਾਇਆ ਵੀ ਥੋੜੇ ਤੋਂ ਟਰਾਈ ਕੀਤਾ, ਹਲਦੀ ਮੀਨਸ ਮੇਰੇ ਟਰਾਇਲ ਸਕਸੈਸ ਰਹੇ ਹੈਗੇ। ਜ਼ਰੂਰੀ ਨਹੀਂ ਹਰ ਬੰਦਾ ਸਕਸੈਸ ਰਹੇ, ਇਸ ਕਰਕੇ ਆਪਣਾ ਇਹ ਸਾਰੀ ਚੀਜ਼ਾਂ ਦਾ ਮਤਲਬ ਕਿ ਜ਼ਮੀਨ ਸਾਡੀ ਕਿਵੇਂ ਦੀ ਹੈ, ਮਤਲਬ ਕਿ ਜਾਂ ਸਾਨੂੰ ਨੌਲੇਜ ਕਿੰਨੀ ਹੈਗੀ ਆ, ਘੱਟ ਨੌਲੇਜ ਦੇ ਨਾਲ ਵੀ ਆਪਾਂ ਲਾ ਦਈਏ ਤਾਂ ਉਹ ਵੀ ਫਾਇਦੇਮੰਦ ਨਹੀਂ ਹੈਗਾ। ਤੇ ਇਹ ਸਾਰੀ ਚੀਜ਼ਾਂ ਰੱਖ ਕੇ ਹੀ ਸਾਨੂੰ ਮਤਲਬ ਕਿ ਇਹ ਚੀਜ਼ਾਂ ਸ਼ੁਰੂ ਕਰਨੀਆਂ ਚਾਹੀਦੀਆਂ। ਮਿੱਟੀ ਦੇਖਣੀ ਪੈਂਦੀ ਹੈ ਕਿ ਕਿਹੜੀ ਉਪਜਾਊ ਸ਼ਕਤੀ ਹੈ, ਰੇਤਲੀ ਤਾਂ ਨਹੀਂ ਹੋਏਗੀ ਜਾਂ ਤੁਹਾਨੂੰ ਚੀਕਣੀ ਮਿੱਟੀ ਨਹੀਂ ਹੋਏਗੀ, ਜਾਂ ਕਿਹੜੀ ਮਿੱਟੀ ਜ਼ਰੂਰੀ ਹੁੰਦੀ ਹੈ ਹਲਦੀ ਲਈ। ਜਿਵੇਂ ਕਿ ਹਲਦੀ ਹੈ, ਹੁਣ ਹਲਦੀ ਲਈ ਚੀਕਣੀ ਮਿੱਟੀ ਨਹੀਂ ਹੈਗੀ, ਚੀਕਣੀ ਮਿੱਟੀ 'ਚ ਨਹੀਂ ਹੋਊਗੀ, ਜਿੱਥੇ ਪਾਣੀ ਖੜਦਾ ਉੱਥੇ ਇਹ ਨਹੀਂ ਹੋਊਗੀ, ਕਿੱਥੇ ਗਲ ਜਾਏਗੀ, ਸੜ ਜਾਏਗੀ। ਇਸ ਲਈ ਇਹਨੂੰ ਮਤਲਬ ਕਿ ਥੋੜੀ ਮਿਕਸ ਜਿਹੀ ਮਿੱਟੀ ਚਾਹੀਦੀ ਹੁੰਦੀ ਹੈ, ਜਿਵੇਂ ਰਤੀਲੀ ਵੀ ਹੋਏ ਔਰ ਚੀਕਣੀ ਵੀ ਨਾ ਹੋਏ, ਉਸ ਟਾਈਪ ਦੀ ਹੀ ਇਹਦੇ ਵਿੱਚ ਕਾਮਯਾਬ ਹੈਗੀ ਹੈ ਮਿੱਟੀ। ਜ਼ਿਆਦਾ ਰਤੀਲਾ ਵੀ ਨਹੀਂ ਔਰ ਜ਼ਿਆਦਾ ਸੁੱਕੀ ਵੀ ਨਹੀਂ ਹੈਗੀ, ਕਾਮਯਾਬ ਹੈਗੀ। ਤਾਂ ਆਪਣੀ ਮਿੱਟੀ ਸਾਡੀ ਸੂਟੇਬਲ ਸੀ। ਦੂਜਾ ਸਾਡਾ ਵਾਟਰ ਪਾਣੀ ਕਿਵੇਂ ਦਾ ਹੈ, ਪਾਣੀ ਖਾਰਾ ਹੈ ਤਾਂ ਉਹ ਵੀ ਠੀਕ ਨਹੀਂ ਹੈ, ਚਾਹੇ ਉਹ ਫਰੂਟਸ ਲਈ ਹੋਏ ਚਾਹੇ ਉਹ ਹਲਦੀ ਦੇ ਲਈ ਹੋਵੇ। ਇਹ ਚੀਜ਼ਾਂ ਸਾਰੀਆਂ ਸਾਨੂੰ ਪਹਿਲੇ ਕਰ ਲੈਣੀਆਂ ਚਾਹੀਦੀਆਂ, ਚੈੱਕ ਕਰਵਾ ਲੈਣੀ ਚਾਹੀਦੀ, ਸਾਨੂੰ ਆਪਣੀ ਮਿੱਟੀ ਦੀ ਗੁਣਵੱਤਾ ਚੈੱਕ ਕਰਵਾ ਲੈਣੀ ਚਾਹੀਦੀ ਕੋਈ ਵੀ ਚੀਜ਼ ਲਗਾਉਣ ਤੋਂ ਪਹਿਲੇ। ਡਿਪਾਰਟਮੈਂਟ ਆਪਣਾ ਫ੍ਰੀ ਆਫ ਕਾਸਟ ਕਰਦਾ ਹੈਗਾ, ਉੱਥੋਂ ਤੁਸੀਂ ਕਰਵਾ ਲਓ, ਪਾਣੀ ਚੈੱਕ ਕਰਵਾ ਲਓ। ਇਹ ਚੀਜ਼ਾਂ ਧਿਆਨ ਰੱਖ ਕੇ ਫਿਰ ਹੀ ਚੀਜ਼ ਬੀਜੋ। ਬਾਕੀ ਹਲਦੀ ਬਹੁਤ ਵਧੀਆ ਚੀਜ਼ ਹੈਗੀ ਹੈ, ਆਯੁਰਵੈਦਿਕ ਚੀਜ਼ ਬਹੁਤ ਕੰਮ ਆਉਂਦੀ ਹੈਗੀ ਹੈ। ਇਹਨੂੰ ਤਾਂ ਵੈਸੇ ਵੀ ਤੁਸੀਂ ਦੁੱਧ 'ਚ ਪਾ ਕੇ ਸਿਆਣੇ ਕਹਿੰਦੇ ਕਿ ਪੀਓ, ਤੇ ਆਪਣੇ ਸਰੀਰ ਲਈ ਬਹੁਤ ਵਧੀਆ ਹੈਗੀ ਹੈ। ਗੱਲ ਕਰ ਲੈਂਦੇ ਕਿ ਆਮ ਤੌਰ ਜਦੋਂ ਝੋਨੇ ਦੀ ਫਸਲ ਨੂੰ ਉਗਾਉਂਦੇ ਆ ਤਾਂ ਉਸ ਦੌਰਾਨ ਪਾਣੀ ਦੀ ਵਰਤੋਂ ਸਾਨੂੰ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ, ਝੋਨਾ ਬਹੁਤ ਪਾਣੀ ਲੈਂਦਾ ਹੈ। ਸੋ 3 ਫਸਲਾਂ ਦੇਖ ਰਹੇ ਹਾਂ ਖੜੀਆਂ ਤੁਹਾਡੇ ਖੇਤ ਵਿੱਚ, ਤਿੰਨਾਂ ਫਸਲਾਂ ਦੀ ਪਾਣੀ ਦੀ ਕਿੰਨੀ ਕੁ ਜਿਹੜੀ ਮਾਤਰਾ ਇਹ ਲੈਂਦੀਆਂ ਨੇ? ਦੇਖੋ ਇਹ ਹਲਦੀ ਬਰਸਾਤ ਜਿਵੇਂ ਕਿ ਲਗਾਉਂਦੇ ਹਾਂ ਆਪਾਂ, ਅਪ੍ਰੈਲ 'ਚ ਲਗਾਉਂਦੇ ਹਾਂ, ਅਤੇ ਅਪ੍ਰੈਲ ਸੋਇੰਗ ਤੋਂ ਬਾਅਦ ਇਹਨੂੰ ਜ਼ਰੂਰਤ ਪੈਂਦੀ ਹੈ 15-20 ਦਿਨ 'ਤੇ ਵੀ ਲੱਗ ਜਾਂਦਾ, ਕਦੀ ਮਹੀਨੇ ਬਾਅਦ ਵੀ ਲੱਗ ਜਾਂਦਾ ਪਾਣੀ। ਅਗਰ ਔਨ ਐਂਡ ਐਵਰੇਜ ਗੱਲ ਕਰੀਏ ਤਾਂ ਪੂਰੇ ਸੀਜ਼ਨ 'ਚ ਹਲਦੀ ਨੂੰ ਆਪਾਂ ਕੋਈ 10 ਪਾਣੀ ਲੱਗਦੇ ਹੈਗੇ। 10 ਪਾਣੀ ਕੋਈ 10 ਮਹੀਨੇ ਦੀ ਫਸਲ ਨੂੰ ਕੋਈ ਜ਼ਿਆਦਾ ਨਹੀਂ ਹੈਗੇ ਆ। ਕੀ ਲੱਗਦਾ ਕਿ ਇਸ ਹਲਦੀ ਦੇ ਵਿੱਚੋਂ, ਇਸ ਖੇਤੀ 'ਚੋਂ ਕਿੰਨਾ ਕੁ ਮੁਨਾਫਾ ਆ ਸਕਦਾ ਹੈ? ਐਸਟੀਮੇਟ ਕਿੰਨਾ ਕੁ ਹੈ? ਐਸਟੀਮੇਟ ਅਗਰ ਅਸੀਂ ਇਹਨੂੰ ਕੱਚੀ ਵੇਚਦੇ ਹੈਗੇ ਆ ਤੇ ਇਹ ਮੰਨ ਕੇ ਚਲੋ ਤੁਸੀਂ ਦੀ ਜਿਹੜੀ ਪ੍ਰੋਡਕਸ਼ਨ ਹੈ ਜਿਹੜੀ ਮੈਂ ਲਈ ਹੈ ਲਾਸਟ ਈਅਰ, ਉਹ ਕੋਈ 80 ਕੁਇੰਟਲ ਪਰ ਏਕੜ ਦੇ ਹਿਸਾਬ ਨਾਲ ਹੈ। ਤਾਂ ਹੁਣ ਇਹ ਡਿਪੈਂਡ ਕਰਦਾ ਕਿ ਕੱਚੀ ਆਪਾਂ ਵੇਚਣੀ ਹੈਗੀ ਹੈ ਜਾਂ ਆਪਾਂ ਪ੍ਰੋਸੈਸ ਕਰਕੇ ਵੇਚਣੀ ਹੈ। ਮੈਂ ਤਾਂ ਰਿਕਮੈਂਡ ਇਹੀ ਕਰੂੰਗਾ ਜੀ ਤੁਸੀਂ ਪ੍ਰੋਸੈਸ ਕਰਕੇ ਵੇਚੋ ਖੁਦ, ਕਿਉਂਕਿ ਵਿਚੋਲੀਆਂ ਨੂੰ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਵਿਚੋਲੀਆਂ ਨੂੰ ਪਾ ਕੇ ਫਿਰ ਕਿਸਾਨੀ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਜੀ। ਇਸ ਕਰਕੇ ਮੈਂ ਜਿਹੜਾ ਖੁਦ ਵੇਚਿਆ ਹੈਗਾ, ਮੈਂ ਖੁਦ ਪ੍ਰੋਸੈਸ ਕੀਤੀ ਔਰ ਖੁਦ ਪੈਕ ਕੀਤੀ ਹੈਗੀ ਆ ਅਤੇ ਖੁਦ ਵੇਚੀ ਹੈਗੀ ਆ। ਅਤੇ ਇਹ ਮੰਨ ਕੇ ਚਲੋ ਜਿਹੜੀ ਕੱਚੀ ਆ ਲਗਭਗ ਆਪਾਂ ਕੋਈ ਕਿੱਲੇ 'ਚੋਂ ਕੋਈ 70 ਤੋਂ 80 ਕੁਇੰਟਲ ਤੱਕ ਨਿਕਲੀ ਹੈਗੀ ਹੈ। ਅਤੇ ਉਹਦਾ ਆਪਣਾ ਕੋਈ 20% ਸਾਡਾ ਪਾਊਡਰ ਬਣ ਜਾਂਦਾ। ਅਗਰ ਹਮੀ ਪਾਊਡਰ ਦੀ ਗੱਲ ਕਰੀਏ ਕੋਈ 3 ਲੱਖ ਰੁਪਏ ਦੇ ਕਰੀਬ ਚਲਾ ਜਾਂਦਾ ਪਰ ਏਕੜ ਸਾਡਾ। ਬਿਲਕੁਲ, ਹੁਣ ਕੋਈ ਅਫਸੋਸ ਤਾਂ ਨਹੀਂ ਹੋ ਰਿਹਾ ਕਿ ਹਾਂਜੀ ਮੈਂ ਉਹ ਜੌਬ ਛੱਡ ਕੇ ਆਇਆ ਤਾਂ ਐਂਡ ਇੱਥੇ ਕਰ ਰਿਹਾ? ਨਹੀਂ, ਹੁਣ ਤਾਂ ਤਸੱਲੀ ਹੈ ਨਾ, ਦੇਖੋ ਤੁਹਾਡੇ ਸਾਹਮਣੇ ਹੀ ਹੈ ਕਿ ਸੈਟੀਸਫੈਕਸ਼ਨ ਹੈਗੀ ਹੈ। ਨੈਕਸਟ ਈਅਰ ਮੈਂ ਵਧਾ ਰਿਹਾ, ਮਤਲਬ ਕਿ ਮੈਨੂੰ ਕੁਛ ਇਹਦੇ 'ਚ ਮਿਲ ਰਿਹਾ, ਮੈਂ ਤਾਂ ਹੀ ਇਹਨੂੰ ਵਧਾਉਣ ਦੀ ਸੋਚ ਰਿਹਾ। ਅਦਰਵਾਈਜ਼ ਜੇ ਮੈਨੂੰ ਕੋਈ ਨੁਕਸਾਨ ਹੁੰਦਾ ਤਾਂ ਮੈਂ ਓਬਵੀਅਸਲੀ ਹੈ ਕਿ ਇਹਨੂੰ ਅੱਗੇ ਨਹੀਂ ਵਧਾਉਂਦਾ। ਜਿਹੜੇ ਕਿਸਾਨਾਂ ਕੋਲ ਜ਼ਮੀਨ ਬੜੀ ਘੱਟ ਹੁੰਦੀ ਆ, ਉਹ ਆਮ ਤੌਰ ਤੇ ਕਹਿੰਦੇ ਕਿ ਚਲੋ ਜੀ ਕਣਕ ਬੀਜ ਲਓ, ਝੋਨਾ ਬੀਜ ਲਓ, ਇੰਨੇ ਕੁ ਸਾਨੂੰ ਇੰਨੀ ਕੁ ਮੁਨਾਫਾ ਆ ਜਾਏਗਾ। ਉਹਨਾਂ ਨੂੰ ਕੀ ਇੱਕ ਤੁਸੀਂ ਕਹਿਣਾ ਚਾਹੋਗੇ ਕਿ ਜੇਕਰ ਤੁਹਾਡੇ ਕੋਲ ਮੰਨ ਲਓ 2 ਕਿੱਲੇ ਜ਼ਮੀਨ ਹੈ ਜਾਂ 1 ਕਿੱਲਾ ਜ਼ਮੀਨ ਹੈ ਤਾਂ ਉਹ ਕਿਹੜੀ ਖੇਤੀ ਕਰਕੇ ਲੱਖਾਂ ਰੁਪਏ ਕਮਾ ਸਕਦੇ ਆ? ਕਾਫੀ ਚੀਜ਼ਾਂ ਹੈਗੀਆਂ, ਜਿਵੇਂ ਕਿ ਜਿਹਦੇ ਕੋਲ ਘੱਟ ਜ਼ਮੀਨ ਹੈਗੀ ਆ ਅਤੇ ਕਣਕ ਔਰ ਝੋਨਾ 2 ਫਿਕਸਡ ਸਾਡੀਆਂ ਜਿਹੜੀਆਂ ਹੈਗੀਆਂ। ਕਿਸਾਨ ਕੀ ਸੋਚਦਾ ਹੈਗਾ ਕਿ ਮੇਰੀ ਸਿੱਧੀ ਮੰਡੀ 'ਚ ਜਾਊਗੀ ਅਤੇ ਵੇਚੇਗੀ, ਉਹਦੇ 'ਚ ਮਿਹਨਤ ਘੱਟ ਹੁੰਦੀ ਹੈ ਅਤੇ ਮੁਨਾਫਾ ਵੀ ਓਬਵੀਅਸਲੀ ਘੱਟ ਹੀ ਹੈ। ਅਗਰ ਆਪਾਂ ਉਹਨੂੰ ਸਬਜ਼ੀਆਂ 'ਚ ਕਰਾਂਗੇ ਜਾਂ ਬਗੀਚਾ ਮੰਨ ਲਓ, ਮੈਂ ਕਹਿ ਸਕਦਾ ਕਿ ਚਲੋ ਨਹੀਂ ਕਰਦਾ ਹੈਗਾ ਕਿ ਜ਼ਮੀਨ ਥੋੜ੍ਹੀ ਹੈਗੀ ਹੈ, ਸਬਜ਼ੀਆਂ 'ਚ ਆਓ,
ਹਲਦੀ ਚਾਹੋ ਹੋਰ ਸਬਜ਼ੀਆਂ 'ਚ ਬਹੁਤ ਫਾਇਦਾ ਹੈਗਾ ਅਗਰ ਤੁਸੀਂ ਮਿਹਨਤ ਕਰਦੇ ਹੋ ਤੇ ਆਪਾਂ ਇਹ ਕਹਾਂਗੇ ਕਿ ਆਪਾਂ ਹੁਣ ਸਾਡੇ ਮਿਰਚ ਨਹੀਂ ਹੁੰਦੀ ਕਿ ਆਪਾਂ ਮਿਰਚ ਬਾਹਰੋਂ ਮੰਗਵਾਉਂਦੇ ਹੈਗੇ, ਲਸਣ ਦੀ ਖੇਤੀ ਸਾਡੇ ਘੱਟ ਹੁੰਦੀ, ਆਪਾਂ ਉਹ ਵੀ ਬਾਹਰੋਂ, ਜੇ ਸਾਡੇ ਹੋ ਸਕਦੀ ਹੈ ਤਾਂ ਆਪਾਂ ਬਾਹਰੋਂ ਕਿਉਂ ਮੰਗਵਾਈਏ। ਮੈਂ ਤਾਂ ਕੋਸ਼ਿਸ਼ ਇਹੀ ਕਰਾਂਗੇ। ਪਿਆਜ਼ ਹੁਣ ਦੇਖੋ ਅੱਜ ਕੀ ਪਾਇਆ ਹੈਗਾ ਪਿਆਜ਼ ਦਾ, ਆਲੂ ਹੈ ਕਿੱਥੇ ਹੈਗਾ, ਜਦ ਆਲੂ ਜੇ ਆਲੂ ਉਧਰੋਂ ਆ ਸਕਦਾ ਤਾਂ ਆਲੂ ਸਾਡੇ ਇੱਧਰੋਂ ਵੀ ਆ ਸਕਦਾ, ਔਰ ਆਲੂ ਸਾਡੇ ਪੰਜਾਬ 'ਚ ਹੁੰਦਾ ਵੀ ਹੈਗਾ। ਤੇ ਆਪਾਂ ਕਿਉਂ ਨਾ ਮਤਲਬ ਕਿ ਉਹਨਾਂ ਚੀਜ਼ਾਂ ਵੱਲ ਜਾਈਏ ਜਿੱਥੋਂ ਸਾਨੂੰ 1 ਕਿੱਲੇ 'ਚੋਂ ਵੀ 3 ਲੱਖ ਰੁਪਏ, ਜੇ ਕਿਸੇ ਸਪੋਜ਼ ਕਰ ਲਓ 2 ਏਕੜ ਹੈਗੀ ਹੈ, 6 ਲੱਖ ਰੁਪਏ ਸਫੀਸ਼ੀਐਂਟ ਹੈਗਾ ਇੱਕ ਕਿਸਾਨ ਦੇ ਲਈ। ਉਹਦੇ ਨਾਲ ਸਹਾਇਕ ਧੰਦੇ ਹੋਰ ਵੀ ਕਰ ਸਕਦਾ, 2 ਏਕੜ ਵਾਲਾ ਕਿਸਾਨ ਨਾਲ ਡੇਅਰੀ ਵੀ ਕਰ ਸਕਦਾ। ਅਗਰ ਇਨਕਮ ਵਧਾਉਣੀ ਹੈ ਤਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਵੱਲ ਆਉਣਾ ਪਏਗਾ ਜੀ। ਬਿਲਕੁਲ ਜੀ, ਜੇਕਰ ਅਸੀਂ ਸੋਚ ਹੀ ਲਿਆ ਕਿ ਅਸੀਂ ਖੇਤੀ ਕਰਨੀ ਆ ਤਾਂ ਇਸਨੂੰ ਖੇਤੀ ਨੂੰ ਵੀ ਬੜੇ ਹੀ ਵੱਖ-ਵੱਖ ਤਕਨੀਕਾਂ ਦੇ ਰਾਹੀਂ ਕੀਤਾ ਜਾ ਸਕਦਾ। ਤੁਸੀਂ ਲੱਖਾਂ ਰੁਪਏ ਕਮਾ ਸਕਦੇ ਹੋ, ਜਿਵੇਂ ਰਮਨ ਇਸ ਵੇਲੇ ਕਮਾ ਰਹੇ ਨੇ, ਭਾਵੇਂ ਦੀ ਇਹ ਇੰਜੀਨੀਅਰ ਦੀ ਪੜ੍ਹਾਈ ਬੀਟੈਕ ਕੀਤੀ ਹੋਈ ਆ, ਬੀਟੈਕ ਤੋਂ ਬਾਅਦ ਨੌਕਰੀ ਵੀ ਕਰ ਰਹੇ ਸਨ, ਦਿੱਲੀ ਵਿੱਚ ਬਹੁਤ ਅੱਛੀ ਜੌਬ ਕਰ ਰਹੇ ਸਨ, ਪਰ ਇਹਨਾਂ ਨੂੰ ਮਿੱਟੀ ਜਿਹੜੀ ਸੀ ਆਵਾਜ਼ਾਂ ਮਾਰ ਰਹੀ ਸੀ, ਤੇ ਉਸੇ ਮਿੱਟੀ ਦੇ ਵਿੱਚ ਆ ਕੇ ਇਹਨਾਂ ਨੇ ਬੜੀ ਰੀਝ ਦੇ ਨਾਲ ਇੱਥੇ ਖੇਤੀ ਕੀਤੀ ਹੈ ਤੇ ਉਹਦੇ ਚੋਂ ਫਿਰ ਤੋਂ ਲੱਖਾਂ ਰੁਪਏ ਵੀ ਕਮਾਏ ਨੇ। ਹਾਲਾਂਕਿ ਡਰੈਗਨ ਫਰੂਟਸ ਦਾ ਜਿਹੜਾ ਸੀਜ਼ਨ ਆਫ ਹੋ ਚੁੱਕਾ, ਪਰ ਇਹਨਾਂ ਨੇ ਜਿਹੜੀ ਕਮਾਈ ਆ ਉਹ ਬਹੁਤ ਚੰਗੀ ਕਮਾ ਲਈ ਹੈ। ਤੇ ਉਸ ਤੋਂ ਬਾਅਦ ਹੁਣ ਫਿਰ ਹਲਦੀ ਦਾ ਟਰਾਇਲ ਵੀ ਲੈ ਰਹੇ ਨੇ ਕਿ ਹਲਦੀ 'ਚ ਉਹਨਾਂ ਨੂੰ ਕਿੰਨਾ ਕੁ ਮੁਨਾਫਾ ਹੋਏਗਾ। ਨਾਲ ਇਹਨਾਂ ਨੇ ਪਪੀਤੇ ਦੀ ਖੇਤੀ ਵੀ ਕੀਤੀ ਹੈ। ਸੋ ਇਸ ਤੋਂ ਬਾਅਦ ਹੋਰ ਕੀ ਪਲਾਨ ਹੈ ਕਿ ਅੱਗੇ ਕਿਹੜੀ ਖੇਤੀ ਹੈ, ਤੁਸੀਂ ਫਸਲ ਜਿਹੜੀ ਹੈ ਉਹਨੂੰ ਬੀਜ ਸਕਦੇ ਹੋ? ਦੇਖੋ ਪਹਿਲੇ ਤਾਂ ਮੈਂ ਮੇਰੇ ਟਰਾਇਲ ਜਿਹੜੇ ਸਕਸੈਸ ਰਹੇ ਮੈਂ ਇਹਨਾਂ ਨੂੰ ਹੀ ਵਧਾਵਾਂਗਾ, ਔਰ ਮੇਰਾ ਪਲਾਨ ਬਣ ਚੁੱਕਿਆ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਨੈਕਸਟ ਈਅਰ ਅਗਰ ਮੌਕਾ ਮਿਲਿਆ ਤੁਸੀਂ ਫਿਰ ਆਓ, ਤੁਹਾਨੂੰ ਦਿਖਾਵਾਂਗੇ। ਜਿਵੇਂ ਕਿ ਇਹ ਮੇਰਾ ਆਪਣਾ ਉਹ ਹੈਗਾ ਡਰੈਗਨ ਹੈ, ਡਰੈਗਨ 1 ਏਕੜ ਸਾਡਾ ਹੋਰ ਐਕਸਟੈਂਡ ਹੋ ਜਾਣਾ ਈਜ਼ੀਲੀ। ਪਪਾਇਆ ਵੀ ਮੇਰਾ 1 ਏਕੜ ਤੇ ਫਿਕਸ ਹੈਗਾ, ਮੈਂ ਵੀ ਹੋ ਸਕਦਾ ਮੈਂ ਥੋੜ੍ਹਾ ਵਧਾ ਦੇਵਾਂ। ਤੇ ਹਲਦੀ ਤੇ ਦੇਖੋ ਜੇ ਵਧੀਆ ਰਿਹਾ ਤਾਂ 2 ਏਕੜ ਜਾਂ 3 ਏਕੜ ਤੇ ਨਾਰਮਲੀ ਲੱਗੇਗੀ। ਆਮ ਤੌਰ ਤੇ ਕਿਸਾਨਾਂ ਨੂੰ ਜਦੋਂ ਘਾਟਾ ਪੈਂਦਾ ਤਾਂ ਉਹ ਆਤਮ ਹੱਤਿਆ ਵਰਗਾ ਕਦਮ ਚੁੱਕਦੇ ਨੇ ਜਾਂ ਕਰਜ਼ੇ ਸਿਰ ਤੇ ਚੜੇ ਹੁੰਦੇ ਨੇ। ਉਹਨਾਂ ਕਿਸਾਨਾਂ ਦੇ ਲਈ ਇੱਕ ਮੈਸੇਜ ਦਿਓ, ਇੰਨਾ ਸੋਹਣਾ ਮੈਸੇਜ ਕਿ ਵਾਕਈ ਉਹ ਜਿਹੜੇ ਕਿਸਾਨ ਜਿਹੜੇ ਕਰਜ਼ੇ ਥੱਲੇ ਵੀ ਦੱਬੇ ਹੋਏ ਨੇ, ਉਹ ਇਹ ਸੋਚਣ ਕਿ ਅਸੀਂ ਵੀ ਇਦਾਂ ਦੇ ਨੌਜਵਾਨਾਂ ਤੋਂ ਪ੍ਰੇਰਨਾ ਲਈਏ ਜਿਹੜੇ ਚੰਗੀ ਕਮਾਈ, ਜਿਹੜੇ ਪੜ੍ਹੇ ਲਿਖੇ ਸੀ, ਚੰਗੀ ਕਮਾਈ ਵੀ ਕਰ ਰਹੇ ਸੀ, ਤਾਂ ਫਿਰ ਵੀ ਉਹ ਆ ਕੇ ਖੇਤੀ 'ਚ ਆਪਣਾ ਬਿਜ਼ਨਸ ਵਧੀਆ ਪੈਸਾ ਕਮਾ ਰਹੇ ਨੇ। ਹਾਲਾਂਕਿ ਬਹੁਤ ਸਾਰੇ ਕਿਸਾਨ ਹੁੰਦੇ ਨੇ ਉਹ ਛੇਤੀ ਹੌਸਲਾ ਜਿਹੜਾ ਢਾਹ ਜਾਂਦੇ ਨੇ। ਨਹੀਂ, ਮੈਂ ਤਾਂ ਇਹੀ ਕਹਾਂਗਾ ਜੀ ਕਿ ਹੌਸਲਾ ਛੱਡਣ ਵਾਲੀ ਕੋਈ ਗੱਲ ਨਹੀਂ ਹੈਗੀ। ਦੂਸਰਾ, ਜਿਸ ਚੀਜ਼ ਦੀ ਸਾਨੂੰ ਜ਼ਰੂਰਤ ਹੈਗੀ ਹੈ ਖੇਤੀ 'ਚ, ਆਪਾਂ ਉਸ ਚੀਜ਼ ਵੱਲ ਹੀ ਵਧੀਏ। ਜਿਵੇਂ ਕਿ ਹੁਣ 1 ਏਕੜ ਜਾਂ 2 ਏਕੜ ਵਾਲੇ ਜਾਂ 5 ਏਕੜ ਵਾਲੇ, ਜੇ ਸਾਨੂੰ ਟਰੈਕਟਰ ਦੀ ਜ਼ਰੂਰਤ ਨਹੀਂ ਹੈਗੀ ਤਾਂ ਆਪਾਂ ਕਿਉਂ ਲਵਾਂਗੇ ਲੋਨ 'ਤੇ ਉਹਨੂੰ? ਠੀਕ ਹੈ, ਸਾਡੇ ਜਿਹੜੇ ਆਤਮ ਹੱਤਿਆ ਹੋ ਰਹੀ ਹੈ ਉਹਦੇ 'ਚ ਇਹ ਬਹੁਤ ਵੱਡਾ ਕਾਰਨ ਹੈਗਾ। ਲੋਕ ਟਰੈਕਟਰ ਲੈ ਲੈਂਦੇ ਜਿਹਦੀ ਸਾਨੂੰ ਜ਼ਰੂਰਤ ਨਹੀਂ ਹੈ। ਜੇ ਆਪਾਂ ਉਹਦਾ ਕਿੰਨਾ ਖਰਚਾ ਹੈ, ਆਪਾਂ ਲੋਨ 'ਤੇ ਲੈਂਦੇ ਹੈਗੇ ਤਾਂ ਸਾਨੂੰ ਉਸ ਚੀਜ਼ ਦਾ ਕੱਲ੍ਹ ਨੂੰ ਆਪਾਂ ਵਾਪਸ ਨਹੀਂ ਕਰ ਪਾਉਂਦੇ ਹਾਂ, ਉਹ ਸਾਡੇ ਦਿਮਾਗ 'ਤੇ ਇੱਕ ਬੋਝ ਹੈਗਾ। ਤਾਂ ਪਰੇਸ਼ਾਨ ਹੋ ਕੇ ਲੋਕ ਆਤਮ ਹੱਤਿਆ ਕਰਦੇ ਜਾਂ ਫਸਲ ਨਹੀਂ ਹੁੰਦੀ ਹੈਗੀ। ਤਾਂ ਆਪਾਂ ਜਿਹੜਾ ਉਹ ਪੈਸਾ ਉੱਧਰ ਯੂਟੀਲਾਈਜ਼ ਕਰਨਾ ਹੈਗਾ, ਉਹਨੂੰ ਆਪਾਂ ਮਤਲਬ ਕਿ ਇਹ ਧਿਆਨ ਦਈਏ ਕਿ ਆਪਾਂ ਵੱਧ ਤੋਂ ਵੱਧ ਕਿੱਦਾਂ ਮਤਲਬ ਕਿ ਮੁਨਾਫਾ ਲੈ। ਜਿਵੇਂ ਕਿ ਆਪਾਂ ਸਬਜ਼ੀਆਂ ਵੱਲ ਆ ਜਾਓ, ਜੇ ਤੁਹਾਡੇ ਕੋਲ ਜ਼ਿਆਦਾ ਹੈਗਾ, ਤੁਸੀਂ ਡੇਅਰੀ ਫਾਰਮਿੰਗ 'ਚ ਆਓ। ਡੇਅਰੀ ਫਾਰਮਿੰਗ ਸਾਡੇ ਪੰਜਾਬ 'ਚ ਹੈਗੀ ਹੈ ਲੇਕਿਨ ਬਹੁਤ ਘੱਟ ਹੈਗੀ ਹੈ। ਦੁੱਧ ਦਾ ਧੰਦਾ 2 ਕਿੱਲੇ ਲਈ ਬਹੁਤ ਸਫੀਸ਼ੀਐਂਟ ਹੈ। ਅਗਰ ਉਹ ਚਾਹੇ ਤੇ ਇੱਕ ਬੰਦਾ 2 ਕਿੱਲੇ ਤੋਂ ਆਰਾਮ ਨਾਲ ਮਹੀਨੇ ਦਾ 60 ਤੋਂ 70 ਹਜ਼ਾਰ ਰੁਪਇਆ ਆਰਾਮ ਨਾਲ ਕਮਾ ਸਕਦਾ। ਉਹਨੂੰ ਕੀ ਜ਼ਰੂਰਤ ਹੈਗੀ ਆਤਮ ਹੱਤਿਆ ਕਰਨ ਦੀ? ਮਤਲਬ ਕਿ ਜ਼ਰੂਰਤ ਹੈ ਬਦਲਾਵ ਦੀ ਤਰਫ। ਸਾਡਾ ਮੀਨਸ ਸਾਡੀ ਸਰਕਾਰ ਨੂੰ ਵੀ ਇਹ ਮੈਸੇਜ ਹੈਗਾ ਕਿ ਸਰਕਾਰ ਨੂੰ ਵੀ ਚਾਹੀਦਾ ਕਿ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰੇ। ਦੂਸਰਾ, ਆਪਾਂ ਸਬਜ਼ੀਆਂ ਲਗਾਏ, ਹੁਣ ਤੁਸੀਂ ਦੇਖੋ ਇਸ ਟਾਈਮ ਮਟਰ ਕਿੰਨਾ ਮਹਿੰਗਾ ਹੋਇਆ। ਮੀਨਸ ਅਗਰ ਆ ਰਿਹਾ ਤਾਂ ਅਸੀਂ ਵੀ ਕਰ ਸਕਦੇ ਹਾਂ। ਅਸੀਂ ਕਰਨਾ ਨਹੀਂ ਚਾਹੁੰਦੇ, ਅਸੀਂ ਦੇਖਦੇ ਕਿ ਉਹ ਸਕਸੈਸ ਹੈ ਤਾਂ ਅਸੀਂ ਵੀ ਉਹ ਚੀਜ਼ ਲਈਏ। ਇੱਕ ਆਮ ਧਾਰਨਾ ਕਿ ਉਹਨ ਲਾਇਆ ਤਾਂ ਮੈਂ ਵੀ ਲੈਣਾ। ਠੀਕ ਹੈ ਜੀ, ਅਸੀਂ ਆਪਣੇ ਅਕੋਰਡਿੰਗ ਆਪਣੇ ਜਿਹੜੇ ਹੈਗੇ ਆ ਇਹਦੇ, ਜਿਵੇਂ ਕਿ ਟਰੈਕਟਰ ਹੈ ਜਾਂ ਹੋਰ ਮਸ਼ੀਨਰੀ ਹੈ, ਉਹਨੂੰ ਯੂਜ਼ ਕਰੀਏ। ਕਿਸੇ ਵੱਲ ਦੇਖ ਕੇ ਭੱਜੀਏ ਨਾ ਉਹਨਾਂ ਚੀਜ਼ਾਂ ਵੱਲ, ਤੇ ਅਸੀਂ ਆਪਣੇ ਆਪ ਹੀ ਕਰਜ਼ੇ ਥੱਲੇ ਨਹੀਂ ਆਵਾਂਗੇ। ਸਾਨੂੰ ਆਤਮ ਹੱਤਿਆ ਕਰਨ ਦੀ ਕੀ ਜ਼ਰੂਰਤ ਹੈਗੀ ਹੈ? ਤੇ ਅਸੀਂ ਆਪਣੀ ਇਨਕਮ 'ਚ ਵਾਧਾ ਕਰੀਏ ਉਹਦੇ ਅਕੋਰਡਿੰਗ। ਆਖਰੀ ਸਵਾਲ ਹੋਏਗਾ, ਆਖਰੀ ਸਵਾਲ ਇਹ ਕਿ ਜਦੋਂ ਤੁਸੀਂ ਤਿੰਨਾਂ ਨੂੰ ਚੁਣਿਆ, ਜਦੋਂ ਫਸਲਾਂ ਨੂੰ, ਤਾਂ ਕਿੰਨਾ ਖਰਚਾ ਤੁਹਾਡਾ ਤਿੰਨਾਂ ਫਸਲਾਂ ਤੇ? ਸਭ ਤੋਂ ਪਹਿਲਾਂ ਡਰੈਗਨ ਫਰੂਟ ਦੀ ਗੱਲ ਕਰ ਲੈਂਦੇ ਹਾਂ। ਡਰੈਗਨ ਫਰੂਟਸ ਨੂੰ ਸ਼ੁਰੂਆਤੀ ਜਦੋਂ ਕਿੰਨਾ ਖਰਚਾ ਆਉਂਦਾ ਹੈ? ਡਰੈਗਨ ਫਰੂਟ ਨੂੰ ਜੀ ਦੇਖੋ ਮੈਂ ਤਾਂ ਖੁਦ ਤਿਆਰ ਕਰਵਾਇਆ। ਜਿਵੇਂ ਕਿ ਪਿਲਰਸ ਹੈਗੇ ਆ, ਪਿਲਰਸ ਕਿਉਂਕਿ ਮੇਰਾ ਰਿਹਾ ਬੈਕਗਰਾਊਂਡ ਰਹੀ ਹੈ ਅਤੇ ਮੈਂ ਖੁਦ ਤਿਆਰ ਕਰਵਾਇਆ ਗਿਆ। ਅਤੇ ਹੁਣ ਮੇਰਾ ਕੋਈ ਡਰੈਗਨ ਦੇ ਵਿੱਚ ਹੀ ਕੋਈ 2.5 ਤੋਂ 3 ਲੱਖ ਰੁਪਇਆ ਲੱਗਿਆ, ਜਿਹਦੇ ਵਿੱਚ ਕੀ ਹੈਗੇ ਕਿ ਪਲਾਂਟਸ ਇਨਕਲੂਡ ਹੈਗੇ ਆ, ਲੇਬਰ ਹੈਗੇ ਆ, ਪਲੱਸ ਪਿਲਰਸ ਹੈਗੇ ਆ। 2.5 ਤੋਂ 3 ਲੱਖ ਰੁਪਇਆ ਇਹਦੇ 'ਚ ਇਨਵੈਸਟ ਕੀਤਾ ਹੈਗਾ। ਪਪਾਇਆ 'ਚ ਮੇਰੀ ਇਨਵੈਸਟਮੈਂਟ ਕੋਈ ਜ਼ਿਆਦਾ ਨਹੀਂ ਹੈਗੀ ਆ। ਉਹ ਪਲਾਂਟਸ ਲਿਆਂਦੇ ਹੈਗੇ, ਪਲਾਂਟਸ ਦੀ ਹੀ ਕੋਸਟ ਹੈਗੀ ਹੈ। ਬਾਕੀ 2 ਦਿਨ 'ਚ ਤੇ ਲੱਗ ਗਏ, ਕੋਈ ਜ਼ਿਆਦਾ ਕੋਸਟ ਨਹੀਂ ਹੈਗੀ। ਬਾਕੀ ਹਾਂ, ਹਲਦੀ ਹੈਗੀ ਹੈ, ਇਹਦੇ 'ਚ ਵੀ ਕੋਈ ਜ਼ਿਆਦਾ ਕੋਸਟ ਨਹੀਂ ਹੈਗੀ ਹੈ। ਮੀਨਸ ਥੋੜ੍ਹਾ ਜਿਹਾ ਲੇਬਰ ਦਾ ਕੋਸਟ ਆਉਂਦੀ ਹੈਗੀ ਹੈ,
ਤੇ ਕੋਈ ਮੈਂ ਨਹੀਂ ਮੰਨਦਾ ਹੈਗਾ ਕਿ ਇਹਦੀ ਕੋਈ ਬੜੀ ਵੱਡੀ, ਹਾਂ ਡਰੈਗਨ 'ਚ ਜ਼ਰੂਰ ਹੈਗੀ ਹੈ ਕਿ ਥੋੜੀ ਇਨਵੈਸਟਮੈਂਟ ਜ਼ਿਆਦਾ ਹੈਗੀ ਹੈ। ਉਹ ਆਮ ਕਿਸਾਨ ਥੋੜਾ ਜਿਹਾ ਡਰਦਾ ਹੈਗਾ ਕਿਉਂਕਿ ਉਹਦੇ ਕੋਲ ਨਾ ਕੈਸ਼ ਦੀ ਥੋੜੀ ਸਮੱਸਿਆ ਹੁੰਦੀ ਹੈਗੀ। ਬਾਕੀ ਹਲਦੀ ਹੈ, ਇਹਦੇ 'ਚ ਕੋਈ ਸਮੱਸਿਆ ਨਹੀਂ ਹੈਗਾ, ਥੋੜਾ ਹੀ ਲਗਾਓ, ਥੋੜਾ ਆਪਣਾ ਬੀਜ ਤਿਆਰ ਕਰ ਲਓ, ਨੈਕਸਟ ਈਅਰ ਤੁਸੀਂ ਉਹਨੂੰ ਵਧਾ ਸਕਦੇ ਹੋ। ਪਪਾਇਆ ਕੋਈ ਇੰਨਾ ਮਹਿੰਗਾ ਉਹ ਨਹੀਂ ਹੈਗਾ, ਪਲਾਂਟਸ ਇੰਨੇ ਮਹਿੰਗੇ ਨਹੀਂ ਹੈਗੇ ਆ, ਉਹ ਲਗਾਓ ਬਹੁਤ ਵਧੀਆ ਹੈਗੇ। ਹੋਰ ਵੀ ਕਾਫੀ ਚੀਜ਼ਾਂ ਹੈਗੀਆਂ ਜਿੱਦਾਂ ਜਿਹਦੇ 'ਚ ਆਪਾਂ ਜਾ ਸਕਦੇ ਹਾਂ। ਮੇਰੇ ਵੀ ਕੁਝ ਹੈਗੇ ਨੇ ਪਲਾਂਟਸ, ਜਿਵੇਂ ਕਿ ਮੈਂ ਬਾਗਬਾਨੀ 'ਚ ਨੈਕਸਟ ਈਅਰ ਕੁਛ ਆਪਣੇ ਅਮਰੂਦ ਔਰ ਨਿੰਬੂ ਵਗੈਰਾ 'ਚ ਜਾਵਾਂਗਾ, ਮੈਂ ਕੁਛ ਹੋਰ ਵਧਾਉਣ ਦਾ ਸੋਚ ਰਿਹਾ ਹਾਂ। ਜੀ ਸੋ ਬਿਲਕੁਲ ਜੀ, ਤੁਸੀਂ ਸਫਲ ਕਿਸਾਨ ਹੋ, ਇਸ ਤਰ੍ਹਾਂ ਸਫਲਤਾ ਦੇ ਤੁਸੀਂ ਕਦਮ ਚੁੰਮਦੇ ਜਾਓ। ਤੇ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਜੀ ਬਿਲਕੁਲ ਜੀ, ਸਨ ਸਾਡੇ ਨਾਲ ਰਮਨ ਸਲਾਰੀਆ। ਸੋ ਰਮਨ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ। ਤੁਸੀਂ ਦੇਖ ਵੀ ਲਿਆ ਕਿ 3 ਫਸਲਾਂ ਦੀ ਜਿਹੜੀ ਹੈ ਖੇਤੀ ਕਰ ਰਹੇ ਨੇ, ਜਿਨ੍ਹਾਂ 'ਚ ਹਲਦੀ ਵੀ ਹੈ, ਡਰੈਗਨ ਫਰੂਟਸ ਵੀ ਹੈ ਤੇ ਨਾਲ ਪਪੀਤਾ ਵੀ। ਅੱਗੇ ਲੰਬੀ ਸੋਚ ਦੇ ਮਾਲਕ ਨੇ, ਸੋ ਅੱਗੇ ਵੀ ਜਿਹੜੀ ਹੈ ਖੇਤੀ ਨੂੰ ਹੋਰ ਵਧਾਉਣ ਬਾਰੇ ਸੋਚਦੇ ਨੇ। ਸੋ ਬਹੁਤ ਸਾਰੇ ਕਿਸਾਨ ਵੀਰ ਨੇ ਜੋ ਛੇਤੀ ਜਿਹੜਾ ਹੌਸਲਾ ਢਾਹ ਜਾਂਦੇ ਨੇ ਕਿ ਅਸੀਂ ਸਾਨੂੰ ਖੇਤੀ ਦੇ ਵਿੱਚੋਂ ਘਾਟਾ ਪਿਆ ਹੈ ਤੇ ਅਸੀਂ ਜਿਹੜਾ ਕਰਜ਼ ਬਹੁਤ ਥੱਲੇ ਦੱਬੇ ਹੋਏ ਹਾਂ ਤਾਂ ਆਤਮ ਹੱਤਿਆ ਰਾਹ 'ਚ ਨਹੀਂ। ਇਸ ਤਰ੍ਹਾਂ ਦੇ ਕਦਮ ਨਹੀਂ ਚੱਕਣੇ ਚਾਹੀਦੇ। ਹਾਲਾਂਕਿ ਜੇਕਰ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਰਵਾਇਤੀ ਫਸਲਾਂ ਨੂੰ ਛੱਡ ਕੇ ਕੁਝ ਹੋਰ ਫਸਲ ਦੇ ਵੱਲ ਵੀ ਜਾਓਗੇ ਤਾਂ ਜ਼ਰੂਰ ਤੁਸੀਂ ਵਧੀਆ ਮੁਨਾਫਾ ਵੀ ਕਮਾ ਸਕਦੇ ਹੋ। ਤੁਹਾਡੇ ਸਾਹਮਣੇ ਜਿਹੜੀਆਂ ਵੱਡੀਆਂ-ਵੱਡੀਆਂ ਉਦਾਹਰਨਾਂ ਉਹ ਅਸੀਂ ਪੇਸ਼ ਕਰ ਦਿੱਤੀਆਂ ਨੇ। ਇਸੇ ਤਰ੍ਹਾਂ ਹੋਰ ਨਵੇਂ ਕਿਸਾਨ ਦੇ ਨਾਲ, ਨਵੀਂ ਫਸਲ ਦੇ ਨਾਲ ਫਿਰ ਨਵੇਂ ਰੰਗ ਨਾਲ ਹਾਜ਼ਰ ਜ਼ਰੂਰ ਹੋਵਾਂਗੇ। ਤੁਹਾਡੇ ਤੋਂ ਲਵਾਂਗੇ ਆਗਿਆ। ਸਹਿਯੋਗੀ ਸਾਥੀ ਪਰਵਿੰਦਰ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ, ਪਿੰਡ ਜੰਗਲ ਤੋਂ। ਸਤਿ ਸ਼੍ਰੀ ਅਕਾਲ।